पाक हजूरी है, वहाँ रिहाई है, छुटकारा है, बंधन टूटते हैं। हालेलुया, हालेलुया। आए सारे अपना हाथ उठा के परमेश्वर की आराधना में जाएं और एक एक जन हमारे बीच में जो है आज परमेश्वर की हजूरी को महसूस करें। हालेलुया, हालेलुया। यीशु की हजूरी में आज बंधन टूट जाएंगे, यीशु की हजूरी में आज बंधन टूट जाएंगे। जकड़े शैतान के जो रहते हमेशा, जकड़े शैतान के जो रहते हमेशा, आज सब छूट जाएंगे, आज सब छूट जाएंगे। यीशु की हजूरी में आज बंधन टूट जाएंगे, यीशु की हजूरी में आज बंधन टूट जाएंगे। जकड़े शैतान के जो रहते हमेशा, जकड़े शैतान के जो रहते हमेशा,
ਸਾਡੇ ਸਵਰਗੀ ਪਿਤਾ ਜੀ, ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ। ਤੇਰੀ ਹਜ਼ੂਰੀ ਦੇ ਵਿੱਚ ਆਨੰਦ ਦੀ ਭਰਪੂਰੀ ਹੈ। ਤੇਰੀ ਹਜ਼ੂਰੀ ਦੇ ਵਿੱਚ ਬੰਧਨਾਂ ਦਾ ਟੁੱਟਣਾ ਹੈ। ਤੇਰੀ ਹਜ਼ੂਰੀ ਦੇ ਵਿੱਚ ਖਾਲੀ ਆਏ ਹੋਏ ਖਾਲੀ ਨਹੀਂ ਜਾਂਦੇ, ਪਰ ਤੇਰੀ ਹਜ਼ੂਰੀ ਦੇ ਵਿੱਚ ਖਾਲੀ ਆਏ ਕੁਝ ਪਾ ਕੇ ਜਾਂਦੇ ਹਨ। ਤੇਰੀ ਹਜ਼ੂਰੀ ਦੇ ਵਿੱਚ ਅਸੀਂ ਖੜੇ ਹਾਂ। ਸਾਨੂੰ ਸਪਰਸ਼ ਕਰਨਾ ਬੁਲਾਵਾ, ਸਾਨੂੰ ਛੂ ਲੈਣਾ ਬੁਲਾਵਾ। ਗਿਆਨੀ ਪ੍ਰਭੂ, ਅਸੀਂ ਤੇਰੇ ਵਚਨ ਸੁਣਨ ਜਾ ਰਹੇ ਹਾਂ। ਤੁਹਾਡਾ ਕਲਾਮ ਸਾਨੂੰ ਜੀਵਨ ਦਿੰਦਾ। ਤੇਰਾ ਕਲਾਮ ਦੀਆਂ ਗੱਲਾਂ, ਜੀਵਨ ਦੀਆਂ ਗੱਲਾਂ, ਪਿਤਾ ਦੀਆਂ ਗੱਲਾਂ ਸਾਡੇ ਜ਼ਿੰਦਗੀ ਨੂੰ ਬਦਲ ਦਿੰਦੀਆਂ ਹਨ। ਸਾਨੂੰ ਸੁਣਨ ਵਾਲੇ ਕੰਮ ਤੋਂ, ਗ੍ਰਹਿਣ ਕਰਨ ਵਾਲੇ ਮਨ ਦੇ ਨਾਲ ਅਸੀਂ ਆਪਣੇ ਜੀਵਨ ਦਾ ਮੁਲਾਂਕਣ ਕਰ ਸਕੀਏ। ਅਸੀਂ ਕਿਸ ਜਗ੍ਹਾ ਤੇ ਖੜੇ ਹਾਂ। ਸਾਰਾ ਆਦਰ ਮਹਿਮਾ ਤੁਹਾਨੂੰ ਦਿੰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ। ਆਰਾਧਨਾ ਕੀਤਾ ਹੈ। ਪਰਮੇਸ਼ਰ ਸਾਡੀ ਆਰਾਧਨਾ ਤੋਂ ਪਹਿਲਾਂ ਸਾਨੂੰ ਕਬੂਲ ਕਰਦਾ ਹੈ। ਸਾਡੀ ਆਰਾਧਨਾ ਤੋਂ ਪਹਿਲਾਂ ਸਾਨੂੰ ਕਬੂਲ ਕਰਦਾ ਹੈ। ਸੋ ਜੋ ਕੁਝ ਵੀ ਤੁਸੀਂ ਪ੍ਰਭੂ ਦੇ ਹਜ਼ੂਰ ਦੇ ਵਿੱਚ ਚੜਾਇਆ, ਪਰਮੇਸ਼ਰ ਤੁਹਾਨੂੰ ਪਹਿਲੇ ਕਬੂਲ ਕਰੇ, ਫਿਰ ਤੁਹਾਡੀ ਭੇਂਟ ਨੂੰ ਕਬੂਲ ਕਰੇ। ਹਾਲੇਲੂਇਆ, ਹਾਲੇਲੂਇਆ। ਅੱਜ ਅਸੀਂ ਦੁਪਹਿਰ ਦੇ ਵੇਲੇ ਅਸੀਂ ਵਚਨ 'ਚ ਸੁਣਾਂਗੇ, ਅਨਆਗਿਆਕਾਰੀ ਇੱਕ ਘਾਟੇ ਦਾ ਸੌਦਾ ਹੈ। ਅਨਆਗਿਆਕਾਰੀ ਇੱਕ ਘਾਟੇ ਦਾ ਸੌਦਾ ਹੈ। Disobedience is a loss. Disobedience is a loss. ਪੜਾਂਗੇ ਪਹਿਲਾ ਸ਼ਾਮੂਏਲ 15 ਅਧਿਆਏ, ਉਹਦੀ 4 ਤੋਂ ਲੈ ਕੇ 9 ਆਇਤ ਨੂੰ ਅਸੀਂ ਪੜਾਂਗੇ। ਪਹਿਲੇ First Samuel, the book of First Samuel, chapter 15, from verse 4 to verse 9. ਸੋ ਸਾਊਲ ਨੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਤਲਾਇਮ ਵਿੱਚ ਉਹਨਾਂ ਨੂੰ ਗਿਣ ਲਿਆ। ਉਹ 2 ਲੱਖ ਪਿਆਦੇ ਅਤੇ ਯਹੂਦਾ ਦੇ 10,000 ਸਨ। ਅਤੇ ਸਾਊਲ ਅਮਾਲੇਕ ਦੇ ਇੱਕ ਨਗਰ ਕੋਲ ਆਇਆ ਅਤੇ ਦੂਨ ਦੇ ਵਿੱਚ ਸ਼ਹਿ ਲਾ ਕੇ ਬੈਠਾ। ਸਾਊਲ ਨੇ ਕੇਨੀਆਂ ਨੂੰ ਆਖਿਆ, ਤੁਸੀਂ ਜਾਓ, ਤੁਰੋ, ਅਮਾਲੇਕੀ ਦੇ ਵਿਚਕਾਰੋਂ ਨਿਕਲ ਜਾਓ। ਅਜਿਹਾ ਨਾ ਹੋਵੇ ਜੋ ਮੈਂ ਉਹਨਾਂ ਸਣੇ ਤੁਹਾਡਾ ਵੀ ਨਾਸ਼ ਕਰ ਦੇਵਾਂ। ਇਸ ਲਈ ਜੋ ਤੁਸਾਂ ਸਾਰੇ ਇਸਰਾਏਲੀਆਂ ਉੱਤੇ ਕਿਰਪਾ ਕੀਤੀ ਸੀ ਜਿਸ ਵੇਲੇ ਉਹ ਮਿਸਰੋਂ ਨਿਕਲੇ ਸਨ। ਸੋ ਕੇਨੀ ਅਮਾਲੇਕੀਆਂ ਵਿੱਚੋਂ ਨਿਕਲ ਗਏ ਅਤੇ ਸਾਊਲ ਨੇ ਅਮਾਲੇਕੀਆਂ ਨੂੰ ਹਵੀਲਾ ਤੋਂ ਲੈ ਕੇ ਸੂਰ ਦੇ ਲਾਂਘੇ ਤੋੜੀ ਜੋ ਮਿਸਰ ਦੇ ਅੱਗੇ ਹੈ ਮਾਰਿਆ। ਅਤੇ ਅਮਾਲੇਕੀਆਂ ਦੇ ਰਾਜਾ ਅਗਾਗ ਨੂੰ ਜਿਉਂਦਾ ਫੜ ਲਿਆ ਅਤੇ ਸਭਨਾ ਲੋਕਾਂ ਨੂੰ ਤਲਵਾਰ ਦੀ ਧਾਰ ਦੇ ਨਾਲ ਨਾਸ਼ ਕਰ ਦਿੱਤਾ। ਪਰ ਸਾਊਲ ਅਤੇ ਲੋਕਾਂ ਨੇ ਅਗਾਗ ਨੂੰ ਅਤੇ ਚੰਗੀਆਂ ਭੇਡਾਂ ਅਤੇ ਬਲਦਾਂ ਅਤੇ ਮੋਟੇ-ਮੋਟੇ ਵਛਿਆਂ ਅਤੇ ਮੇਢਿਆਂ ਦੇ ਬੱਚਿਆਂ ਨੂੰ ਅਤੇ ਸਭ ਕੁਝ ਜੋ ਚੰਗਾ ਸੀ ਬਚਾ ਰੱਖਿਆ ਅਤੇ ਉਹਨਾਂ ਦਾ ਨਾਸ਼ ਕਰਨ ਵਿੱਚ ਰਾਜੀ ਨਾ ਹੋਇਆ। ਪਰ ਸਾਰੀਆਂ ਵਸਤਾਂ ਜੋ ਮਾੜੀਆਂ ਅਤੇ ਨਕਮੀਆਂ ਸਨ ਉਹਨਾਂ ਦਾ ਸਤਿਆਨਾਸ਼ ਕਰ ਦਿੱਤਾ। ਤੀਸਰੀ ਆਇਤ ਨੂੰ ਵੀ ਪੜੋ। ਦੁਬਾਰਾ ਤੀਸਰੀ ਆਇਤ। ਸੋ ਹੁਣ ਤੂੰ ਜਾ ਅਤੇ ਅਮਾਲੇਕ ਨੂੰ ਮਾਰ ਅਤੇ ਸਭ ਕੁਝ ਜੋ ਉਹਨਾਂ ਦਾ ਹੈ ਮੂਲੋਂ ਨਾਸ਼ ਕਰ, ਔਰ ਉਹਨਾਂ ਉੱਤੇ ਤਰਸ ਨਾ ਖਾ, ਸਗੋਂ ਪੁਰਸ਼ ਅਤੇ ਇਸਤਰੀ, ਕੁਸ਼ਲੇ ਬਾਲ ਅਤੇ ਦੁੱਧ ਚੁੰਗਦੇ ਵੀ ਅਤੇ ਬਲਦ, ਭੇਡ ਅਤੇ ਊਠ, ਖੋਤੇ ਤੋੜੀ ਸਭਨਾਂ ਨੂੰ ਵੱਢ ਸੁੱਟ। ਬਸ ਅਸੀਂ ਇੱਕ ਰਾਜਾ ਤੋਂ ਕਹਾਣੀ ਤੋਂ 3 ਗੱਲਾਂ ਨੂੰ ਸਿੱਖਾਂਗੇ ਇਸੇ ਚੈਪਟਰ ਦੇ ਵਿੱਚ, 15 ਅਧਿਆਏ ਦੇ ਵਿੱਚ। ਰਾਜਾ ਸ਼ਾਉਲ ਦੇ ਬਾਰੇ, ਅਬਾਊਟ ਕਿੰਗ ਸਾਊਲ। ਰਾਜਾ ਸ਼ਾਉਲ ਨੇ ਅਨਆਗਿਆਕਾਰੀ ਕੀਤੀ ਔਰ ਉਸਨੇ 3 ਚੀਜ਼ਾਂ ਗਵਾ ਲੀਆਂ। Saul disobeyed God and he lost 3 things. ਪਹਿਲੀ ਗੱਲ, ਉਸਨੇ ਆਪਣਾ ਚਰਿੱਤਰ ਗਵਾ ਲਿਆ। ਦੂਸਰਾ, ਉਸਨੇ ਆਤਮਿਕ ਬੰਦੇ ਨੂੰ ਗਵਾ ਲਿਆ। ਤੀਸਰਾ, ਉਸਨੇ ਆਪਣੇ ਤਾਜ ਨੂੰ ਗਵਾ ਲਿਆ। ਉਸਨੇ ਆਪਣੇ ਤਾਜ ਨੂੰ ਗਵਾ ਲਿਆ। First, he lost his character. Second, he lost the anointed man of God. Third, he lost the crown. ਸ਼ਾਉਲ ਇੱਕ ਰਾਜਾ ਜੋ ਬਣਿਆ, ਉਹਦੀ ਸ਼ੁਰੂਆਤ ਬਹੁਤ ਅੱਛੀ ਹੈ। ਸ਼ਾਉਲ ਇੱਕ ਬਹੁਤ ਲੰਬਾ ਉੱਚਾ ਜਵਾਨ ਸੀ, ਪਰ ਸ਼ਾਉਲ ਦਾ ਰਾਜਾ ਬਣਨਾ ਉਸਦੇ ਆਪਣੇ ਵੱਲੋਂ ਨਹੀਂ ਸੀ। ਸ਼ਾਉਲ ਨੂੰ ਇੱਕ ਰਾਜਾ ਬਣਨ ਦੇ ਲਈ ਲੋਕਾਂ ਨੇ ਮੰਗ ਕੀਤੀ ਸੀ। ਜਦੋਂ ਲੋਕਾਂ ਨੇ ਆਪਣੇ ਆਂਢੀ ਗਵਾਂਢੀਆਂ ਨੂੰ ਦੇਖਿਆ ਕਿ ਉਹਨਾਂ ਦੇ ਕੋਲ ਰਾਜ ਕਰਨ ਦੇ ਲਈ ਰਾਜੇ ਹਨ ਔਰ ਸਾਨੂੰ ਅਗਵਾਈ ਕਰਨ ਦੇ ਲਈ ਨਬੀ ਹੈ,
ਉਹਨਾਂ ਨੇ ਨਬੀ ਦੀ ਅਗਵਾਈ ਨੂੰ ਪਸੰਦ ਨਾ ਕੀਤਾ, ਪਰ ਉਹਨਾਂ ਨੇ ਕਿਹਾ ਸਾਨੂੰ ਇੱਕ ਰਾਜੇ ਦੀ ਕੀ ਹੈ ਲੋੜ ਹੈ। ਇੱਕ ਰਾਜੇ ਦੀ ਲੋੜ ਹੈ। ਪਰਮੇਸ਼ਰ ਇਸ ਗੱਲ ਤੋਂ ਖੁਸ਼ ਨਹੀਂ ਹੋਇਆ ਕਿ ਉਹਨਾਂ ਨੇ ਮੇਰੇ ਦਾਸ ਨੂੰ ਨਬੀ ਨੂੰ ਰੱਦ ਕਰਕੇ ਉਹਨਾਂ ਨੇ ਗਵਾਂਢੀਆਂ ਨੂੰ ਵੇਖ ਕੇ ਇਰਦ ਗਿਰਦ ਨੂੰ ਦੇਖ ਕੇ ਜਿਵੇਂ ਉਹਨਾਂ ਦੇ ਕੋਲ ਰਾਜੇ ਹੈ ਤੇ ਸਾਨੂੰ ਵੀ ਰਾਜਾ ਚਾਹੀਦਾ ਸੋਚ ਕੇ ਉਹਨਾਂ ਨੇ ਵੀ ਰਾਜੇ ਦੀ ਮੰਗ ਕੀਤੀ। ਪਰਮੇਸ਼ਰ ਇਸ ਗੱਲ ਤੋਂ ਖੁਸ਼ ਨਹੀਂ ਹੋਇਆ। ਲੇਕਿਨ ਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਨੇ ਉਹਨਾਂ ਦੀ ਮੰਗ ਨੂੰ ਜ਼ਰੂਰ ਦਿੱਤਾ। ਸ਼ਾਉਲ ਬਿਨਯਾਮੀਨ ਗੋਤ ਦਾ ਕੀਸ਼ ਦਾ ਪੁੱਤਰ ਸੀ ਔਰ ਇੱਕ ਦਿਨ ਆਪਣੇ ਗਧਿਆਂ ਨੂੰ ਲੱਭਣ ਦੇ ਲਈ ਜਾ ਰਿਹਾ ਸੀ ਤਾਂ ਪਰਮੇਸ਼ਰ ਨੇ ਕਿਹਾ ਸੀ ਕਿ ਇੱਕ ਬੰਦਾ ਆਏਗਾ, ਨਬੀ ਨੂੰ ਕਿਹਾ ਸੀ ਕਿ ਬੰਦਾ ਆਏਗਾ ਤੋ ਉਸ ਨੂੰ ਮਿਲਣਾ ਔਰ ਕੁੱਪੀ ਦੇ ਵਿੱਚ ਤੇਲ ਲੈ ਕੇ ਜਾਣਾ, ਉਸਦਾ ਮਸਾ ਕਰ ਲੈਣਾ। ਥੋੜਾ ਜਿਹਾ ਬੈਕਗ੍ਰਾਉਂਡ ਤੁਹਾਨੂੰ ਦੱਸ ਰਿਹਾ 15 ਅਧਿਆਇ ਦਾ। ਔਰ ਸ਼ਾਉਲ ਮਿਲਿਆ, ਸ਼ਾਉਲ ਸ਼ਮੂਏਲ ਨੂੰ ਮਿਲਿਆ, ਖੁਦਾ ਦੇ ਬੰਦੇ ਨੂੰ ਮਿਲਿਆ। 5 ਗਧੀਆਂ ਦੇ ਬਾਰੇ ਪਰਮੇਸ਼ਰ ਨੇ ਉਸਦੇ ਗਧੀਆਂ ਦੇ ਬਾਰੇ ਦਾਖ ਮਧੂ ਰੋਟੀ ਲੈ ਕੇ ਸਭ ਕੁਝ ਪਰਮੇਸ਼ਰ ਨੇ ਸ਼ਮੂਏਲ ਨੂੰ ਪਹਿਲਾਂ ਤੋਂ ਦੱਸ ਚੁੱਕਿਆ ਸੀ। ਜਦ ਸ਼ਾਉਲ ਮਿਲਿਆ ਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਨੇ ਸ਼ਾਉਲ ਨੂੰ ਇਸ ਤਰ੍ਹਾਂ ਕਿਹਾ ਕਿ ਦੇਖ ਤੇਰੇ ਨਾਲ ਕੀ ਕੁਝ ਹੋਏਗਾ। ਔਰ ਪਰਮੇਸ਼ਰ ਨੇ ਸ਼ਾਉਲ ਨੂੰ ਕਿਹਾ ਸੀ ਕਿ ਜਦ ਤੂੰ ਇਧਰੋਂ ਦੀ ਬਾਹਰ ਜਾਏਗਾ ਪਰਮੇਸ਼ਰ ਦਾ ਆਤਮਾ ਬੜੇ ਜ਼ੋਰ ਦੇ ਨਾਲ ਤੇਰੇ ਉੱਤੇ ਉਤਰੇਗਾ ਔਰ ਤੂੰ ਨਬੂਵਤ ਕਰੇਗਾ ਔਰ ਤੂੰ ਪਰਿਵਰਤਿਤ ਹੋ ਜਾਏਗਾ, ਤੂੰ ਪਹਿਲਾ ਵਰਗਾ ਮਨੁੱਖ ਨਹੀਂ ਰਹੇਗਾ। ਔਰ ਫਿਰ ਪਰਮੇਸ਼ਰ ਨੇ ਪਹਿਲਾ ਸ਼ਮੂਏਲ 10 ਬਾਬ ਦੇ ਵਿੱਚ ਇਸ ਪ੍ਰਕਾਰ ਨਾਲ ਕਿਹਾ ਸ਼ਾਉਲ ਇੱਕ ਕੰਮ ਕਰਨਾ, ਜਿਸ ਕੰਮ ਦੇ ਵਿੱਚ ਤੂੰ ਲੱਗਾ ਤੂੰ ਲੱਗੇ ਰਹਿਣਾ, ਲੇਕਿਨ ਤੂੰ ਇਧਰੋਂ ਦੀ ਨਿਕਲਣਾ ਔਰ ਗਿਲਗਾਲ ਨੂੰ ਜਾਣਾ, ਉਧਰ ਮੈਂ ਤੈਨੂੰ ਉੱਥੇ ਮਿਲਾਂਗਾ, ਮੈਂ ਹੋਮ ਬਲੀ ਚੜਾਉਣ ਦੇ ਲਈ ਆਵਾਂਗਾ, ਉੱਥੇ ਮੈਂ ਤੈਨੂੰ ਮਿਲਾਂਗਾ। ਤੂੰ 7 ਦਿਨ ਮੇਰਾ ਇੰਤਜ਼ਾਰ ਕਰਨਾ, 7 ਦਿਨ ਮੇਰਾ ਇੰਤਜ਼ਾਰ ਕਰਨਾ। ਤੂੰ ਮੇਰੇ ਅੱਗੇ ਜਾਣਾ, ਗਿਲਗਾਲ ਦੇ ਵਿੱਚ ਜਾਣਾ, ਗਿਲਗਾਲ ਦੇ ਵਿੱਚ ਮੈਂ ਹੋਮ ਬਲੀ ਪਰਮੇਸ਼ਰ ਦੇ ਅੱਗੇ ਪੇਂਟ ਨੂੰ ਮੈਂ ਚੜਾਵਾਂਗਾ ਔਰ ਉਸ ਜਗ੍ਹਾ 'ਚ ਤੂੰ 7 ਦਿਨ ਮੇਰਾ ਕੀ ਕਰਨਾ ਇੰਤਜ਼ਾਰ। ਔਰ ਵਚਨ 'ਚ ਲਿਖਿਆ ਅਗਲਾ ਚੈਪਟਰ ਦੇ ਵਿੱਚ ਇਸ ਪ੍ਰਕਾਰ ਨਾਲ ਲਿਖਿਆ ਜਦ ਸ਼ਾਉਲ ਨੂੰ ਰਾਜੇ ਦੇ ਵਾਂਗੂ ਚੁਣਨਾ ਸੀ। ਮੈਂ ਕਿਹਾ ਸ਼ਾਉਲ ਦੀ ਸ਼ੁਰੂਆਤ ਬਹੁਤ ਅੱਛੀ ਹੋਈ ਔਰ ਉਸ ਨੂੰ ਜਦ ਚੁਣਿਆ ਗਿਆ ਤਾਂ ਸ਼ਾਉਲ ਨੂੰ ਜਦੋਂ ਚਿੱਠੀ ਪਈ ਤਾਂ ਸ਼ਾਉਲ ਨੂੰ ਲੋਕਾਂ ਦੇ ਸਾਹਮਣੇ ਖੜਾ ਕੀਤਾ ਗਿਆ ਤਾਂ ਵਚਨ 'ਚ ਲਿਖਿਆ ਸ਼ਾਉਲ ਸਾਰੇ ਪ੍ਰਜਾ ਦੇ ਮੋਢਿਆਂ ਤੋਂ ਲੰਬਾ ਸੀ। ਸ਼ਾਉਲ ਖੜਾ ਹੋਇਆ ਇੰਨਾ ਜਵਾਨ ਸੀ ਕਿ ਉਹ ਸਾਰਿਆਂ ਦੇ ਮੋਢਿਆਂ ਤੋਂ ਉੱਚਾ ਸੀ, ਬੜਾ ਲੰਬਾ ਸੀ। ਲੋਕਾਂ ਦੇ ਸਾਹਮਣੇ ਖੜਾ ਹੋਇਆ ਔਰ ਬੜਾ ਲੰਬਾ ਉੱਚਾ ਸੀ। ਲੋਕਾਂ ਨੇ ਕਿਹਾ ਠੀਕ ਹੈ ਸਾਨੂੰ ਰਾਜਾ ਮਿਲ ਗਿਆ, ਸਾਨੂੰ ਰਾਜਾ ਮਿਲ ਗਿਆ, ਇੱਕ ਲੰਬਾ ਉੱਚਾ ਜਵਾਨ ਖੂਬਸੂਰਤ ਇੱਕ ਯੋਧਾ ਸਾਨੂੰ ਮਿਲ ਗਿਆ। ਲੋਕਾਂ ਦੇ ਸਾਹਮਣੇ ਉਹ ਚੁਣਿਆ ਗਿਆ। ਵਚਨ 'ਚ ਲਿਖਿਆ 15 ਅਧਿਆਇ ਦੇ ਵਿੱਚ ਜਦੋਂ ਅਮਾਲੇਕਿਆਂ ਦੇ ਵਿਰੁੱਧ ਯੁੱਧ ਕਰਨ ਦੇ ਲਈ ਜਾਣਾ ਸੀ ਪਰਮੇਸ਼ਰ ਨੇ, ਮੈਂ ਕਹਾਣੀ ਸ਼ਾਰਟ 'ਚ ਦੱਸ ਰਿਹਾ, ਅੱਗੇ ਜਦੋਂ ਗਿਆ ਪਰਮੇਸ਼ਰ ਨੇ ਸਪਸ਼ਟ ਰੂਪ ਦੇ ਨਾਲ ਉਸ ਨੂੰ ਕਿਹਾ ਸ਼ਾਉਲ ਜਦ ਤੂੰ ਜੰਗ ਕਰਨ ਦੇ ਲਈ ਜਾਏ ਉਧਰ ਦੀ ਕੋਈ ਚੀਜ਼ ਜਿੰਦਾ ਨਾ ਰੱਖਣਾ, ਕੋਈ ਚੀਜ਼ ਨਾ ਰੱਖ ਜਿਹੜੀ, ਸਭ ਕੁਝ ਖਤਮ ਕਰ ਦੇਣਾ, ਨਾਸ਼ ਕਰ ਦੇਣਾ। ਕਹਿੰਦਾ ਠੀਕ ਹੈ। ਲੇਕਿਨ ਜਦ ਯੁੱਧ ਕਰਨ ਦੇ ਲਈ ਗਏ ਉਸ ਜਗ੍ਹਾ ਦੇ ਵਿੱਚ ਉਸਨੇ ਉਧਰ ਦੇ ਅਮਾਲੇਕ ਦੇ ਰਾਜਾ ਆਗੋਗ ਨੂੰ ਔਰ ਜੋ ਚੰਗੀਆਂ ਚੰਗੀਆਂ ਭੇਡਾਂ ਬੱਕਰੀਆਂ ਸਨ ਜਾਨਵਰ ਸਨ ਉਸ ਨੂੰ ਕੀ ਕਰ ਲਿਆ, ਜ਼ਿੰਦਾ ਰੱਖ ਲਿਆ। ਜੋ ਨਿਕੰਮੀਆਂ ਸਨ ਸਭ ਨੂੰ ਉਸਨੇ ਮਾਰਤਾ, ਜੋ ਨਿਕੰਮੇ ਸੇ ਸਾਰੇ ਮਾਰਤਾ। ਜਦ ਨਿਕੰਮਿਆਂ ਨੂੰ ਸਭ ਨੂੰ ਮਾਰਤਾ ਵਚਨ 'ਚ ਲਿਖਿਆ ਉਧਰੋਂ ਦੀ ਪਰਮੇਸ਼ਰ ਨੇ ਆਪਣੇ ਦਾਸ ਸ਼ਮੂਏਲ ਨੂੰ ਕਿਹਾ ਇਹ ਸਭ ਗੱਲਾਂ ਜੋ ਹੋਈਆਂ ਉਸਨੂੰ ਦੱਸਤੀਆਂ। ਸ਼ਮੂਏਲ ਪਰਮੇਸ਼ਰ ਦੇ ਅੱਗੇ ਦੁਹਾਈ ਦਿੱਤੀ ਔਰ ਉਸਨੇ ਕਿਹਾ ਰੱਬਾ ਉਸਨੇ ਪਾਪ ਕੀਤਾ ਹੈ। ਉਹ ਰੋਇਆ ਪਰਮੇਸ਼ਰ ਦੇ ਅੱਗੇ, ਦੁਹਾਈ ਦਿੱਤੀ, ਸਾਰੀ ਰਾਤ ਦੁਆ ਕੀਤੀ। ਸ਼ਮੂਏਲ ਉੱਠਿਆ ਔਰ ਜਦੋਂ ਜਾ ਰਿਹਾ ਸੀ ਉਹਨੇ ਪੁੱਛਿਆ ਸ਼ਾਉਲ ਕਿੱਥੇ ਹੈ? ਕਹਿੰਦਾ ਗਿਲਗਾਲ 'ਚ ਗਿਆ। ਕਿੱਧਰ ਨੂੰ ਗਿਆ? ਗਿਲਗਾਲ 'ਚ ਗਿਆ। ਗਿਲਗਾਲ ਨੂੰ ਗਿਆ। ਜਦੋਂ ਗਿਲਗਾਲ ਨੂੰ ਉਹਨੇ ਸੋਚਿਆ ਹੁਣ ਗਿਲਗਾਲ ਨੂੰ ਕਿਤੇ ਮੈਂ ਜਾਵਾਂ ਕਿਉਂਕਿ ਮੈਂ ਉਸਨੂੰ ਪਹਿਲਾਂ ਕਿਹਾ ਸੀ ਤੂੰ ਮੇਰੇ ਤੋਂ ਪਹਿਲਾਂ ਕਿੱਧਰ ਨੂੰ ਜਾਣਾ? ਗਿਲਗਾਲ ਨੂੰ ਜਾਣਾ। ਉੱਥੇ ਕੌਣ ਭੇਂਟ ਚੜਾਏਗਾ? ਮੈਂ, ਅਰਥਾਤ ਸ਼ਮੂਏਲ, ਮੈਂ ਚੜਾਵਾਂਗਾ ਭੇਂਟ। ਉਸ ਜਗ੍ਹਾ ਦੇ ਵਿੱਚ ਜਦੋਂ ਗਿਆ ਤਾਂ ਉਸਨੇ ਭੇਡਾਂ ਦੀ ਬੱਕਰੀਆਂ ਦੀ ਆਵਾਜ਼ ਨੂੰ ਸੁਣਿਆ, ਗਾਂ ਬਹਿਨਾਂ ਦੀ ਆਵਾਜ਼ ਨੂੰ ਉਸਨੇ ਕੰਨਾਂ 'ਚ ਸੁਣਿਆ। ਉਸਨੇ ਪੁੱਛਿਆ ਸ਼ਮੂਏਲ ਨੇ ਸ਼ਾਉਲ ਨੂੰ ਪੁੱਛਿਆ ਸ਼ਾਉਲ ਇਹ ਜਿਹੜੇ ਮੇਰੇ ਕੰਨਾਂ ਦੇ ਵਿੱਚ ਭੇਡਾਂ ਬੱਕਰੀਆਂ ਦੀ ਆਵਾਜ਼ ਆ ਰਹੀ ਹੈ, ਮਿਮੀਆਂ ਦੀ ਆਵਾਜ਼ ਆ ਰਹੀ ਹੈ, ਇਹ ਕੀ ਹੈ? ਬਲਦਾਂ ਦੀ ਰੰਭਾਨੇ ਦੀ ਆਵਾਜ਼ ਆ ਰਹੀ ਹੈ, ਕੀ ਹੈ? ਉਸਨੇ ਬਹਾਨਾ ਮਾਰਿਆ। ਕੀ ਮਾਰਿਆ? ਬਹਾਨਾ ਮਾਰਿਆ। ਕੀ ਬਹਾਨਾ ਮਾਰਿਆ? ਪੜੋ ਤੁਸੀਂ ਔਰ 14 आयत ਨੂੰ पढ़ो, 15 बाब और उसकी 14 आयत ਨੂੰ पढ़ो। शमूएल ने कहा फिर भेड़ बकरियों का ये मिमियाना
और गाय बैलों का ये रंबाना जो मुझे सुनाई देता है ये क्यों हो रहा है? शाऊल ने कहा, वे तो अमालेकियों के यहाँ से आए हैं, अर्थात प्रजा के लोगों ने अच्छी से अच्छी भेड़ बकरियों और गाय बैलों को तेरे परमेश्वर यहोवा के लिए बलि करने को छोड़ दिया है, और बाकी सब का तो हमने सत्यानाश कर दिया है। वो की कह रहे हैं, की कह रहे हैं? वो कहना कि देखो प्रजा दे लोकां ने चंगियां चंगियां भेड़ां बकरियां गाय बैल ਨੂੰ तेरे परमेश्वर यहोवा ਦੇ ਲਈ ਬਲੀ ਕਰਨ ਦੇ ਲਈ ਰੱਖ ਛੱਡਿਆ। ਰੱਖ ਛੱਡਿਆ। ਪਰਮੇਸ਼ਰ ਨੇ ਕੀ ਕਿਹਾ ਸੀ? ਸਭ ਨੂੰ ਮਾਰਨਾ, ਸਭ ਨੂੰ ਨਾਸ਼ ਕਰ ਦੇਣਾ। और कहना मैं रख छड़िया। क्यों रख छड़िया है? ताकि परमेश्वर के विरुद्ध मैं की चढ़ा सका, पेट चढ़ा सका। प्रजा ने एक्सक्यूजेस बहाने मार रहा सी, ओदा झूठ बोलना, ओदा अन आज्ञाकारिता देखो उसके चरित्र के उत्ते एक सवाल निशान कर रहा सी। जब परमेश्वर ने पहला ही ये हुणे शुरू नहीं सी होया, नो ये हुणे शुरू नहीं सी होया, ये पहला तो ही हो चुकिया सी। जब परमेश्वर ने शाऊल दा मसा शमूएल के द्वारा किया सी, और वचन च जो परमेश्वर ने कहा सी कि तू जाना और जेड़े काम तुझे लगा तू जाके करना। वो जो अपने चाचे ने मिलिया, शाऊल जो अपने चाचे ने मिलिया तो चाचे ने पूछा तू की काम कर देखा था? नबी मैनू मिलिया और गद्दियां जड़ियां गवाचियां सी उसने कहा तेनू मिल जाणगियां। लेकिन उत्ते स्पैशली लिखा शाऊल ने अपने चाचे नू वो कुछ नहीं दसिया जो परमेश्वर ने उसकी प्रजा के बारे उसनू कहा सी। उसके मकसद नू उसने सच्चाई नू प्रगट नहीं किया। उसने उस जगह दे विच भी झूठ बोलिया। हुण लिसन सुनना, शिमशोन के बारे में जेकर तुसी जानते हो, शिमशोन नू भी परमेश्वर ने कहा सी ये नज़ीर होएगा, ऐसे तो छुरा ना फिरना, दाखबदू ना पीना, कोई अशुद्ध वस्तु नू ये हाथ ना लगाए, क्योंकि परमेश्वर दे वालों चुनिया होया है। यह इजराइलियों के छुटकारे का कारण होएगा। जब ये स्वर्गदूत ने गिदयोन शिमशोन दी मां नू जाके आके कहा, शिमशोन दी मां ने अपने पति नू अर्थात शिमशोन के पति नू सारियां गल्लां दसता, लेकिन मकसद नहीं सी दसिया कि शिमशोन का जन्म क्यों होएगा। हुण सुनो, जब तक तुहानू मकसद नहीं पता कि तुसी किहदे लई चुने गए हो, तुसी गड़बड़ करोगे, तुसी गड़बड़ करोगे। शाऊल नू जो खुदा ने मकसद दसिया कि तू कौम दे लई चुनिया गया है, उन्हें मकसद नू नहीं दसिया, उसने गड़बड़ किया। शिमशोन ने जब उसनू ये नहीं पता लगा कि खुदा ने मैनू क्यों चुनिया है, इसलिए जो कुछ कर रहा सी अपने लिए कर रहा सी, एंड दे विच ओहदा बुरा बड़ा अंत होया। शाऊल दा बुरा बड़ा अंत होया। सुनो, ही लॉस्ट हिज कैरेक्टर। शाऊल ने अपना चरित्र गवा लिया। क्यों गवा लिया? क्योंकि उसने मकसद तो परां हट गया। मकसद तो परां हट गया। जब शाऊल अपने मकसद तो परां हट गया, झूठ बोलना शुरू करता, बहाने बनाना शुरू कर देता, अपनी गलती का इल्जाम दूसरे के उत्ते लगाना शुरू कर देता, उसका डाउनफॉल होना शुरू हो गया। अनआज्ञाकारिता एक ब्लेम गेम तो शुरू हो जाता है, एक दोष लगान तो शुरू हो जाता है। अपना दोष किसी उत्ते लगान दे नाल या बहाना लगान दे नाल तुहाडी गिरावट शुरू हो जाएगी। अदन बाग दे विच जब आदम ने पूछा है आदम तू ये गुनाह क्यों किया, उसने दोष किहदे उत्ते लगाया? हवा उत्ते। आदम ने अपनी पत्नी ते दोष लगाया। जब औरत ने पूछा ये औरत तू ये काम क्यों किया, औरत ने दोष किहदे उत्ते लगाया? सप उत्ते। सप उत्ते लगाया। होया कि सप भी श्रापित होया, आदम भी बाहर होया, हवा भी अदन बाग चुकी हो गई, बाहर हो गई। और लिसन, जब भी कोई बहाने मारेगा, जब परमेश्वर सीधा स्पष्ट तुहानू पूछे तुहानी तुसी गलती किता है, उस वेले जेकर तुसी ब्लेम गेम करो, उस वेले तुसी दोष लगा के दूसरे उत्ते सुट दवो, तो याद रखना तुहाडी गिरावट चालू है। दाऊद ने गलती किया, उसने पूछा दाऊद तू ये की काम किया, उसने पूछा हे प्रभु जी मैं गलती किया है। उसने जबूर 52 लिखिया, साम 51 उसने अपने गुनाह दे विच होके लिखिया। मेरे प्यारे रब दे लोगो, कितनी वारी जब असी गलती करते हाँ तो असी दूसरे उत्ते की लगा देने हैं? बोलो। एक बंदे ने मैं पूछा भाई तू शराब क्यों पीना है, तू शराब क्यों पीन लग पिया? कहता पास जी मैं विआह दे विच गया, बदो बदी मैनू पिलाती। मेरे यारा दोस्तां ने बदो बदी। हुण सुनो, इस जगह दे विच कोई है बच्चा जिहड़ा 1.5 साल दा होवे, मां कोई आई होवे, 1.5-2 साल का बच्चा लैके कोई आया है? लैके आए 1-2। तुहाडे बच्चा बोतल च दूध पींदा है, बोतल च पींदा है, वेरी गुड। जे बच्चा जिद करके मैं बोतल च दूध नहीं पीना, तुसीं पिला सकदे हो? हैं?
ਬੱਚਾ ਆਪਣੇ ਜਿੱਦ 'ਚ ਆਏ ਮੈਂ ਦੁੱਧ ਬੋਤਲ ਦਾ ਨਹੀਂ ਪੀਣਾ, ਤੁਸੀਂ ਪਿਲਾ ਸਕਦੇ ਹੋ? ਸੁਣੋ, 1.5 ਸਾਲ ਦਾ ਬੱਚਾ ਜਿੱਦ ਕਰੇ ਕਿ ਮੈਂ ਨਹੀਂ ਪੀਣਾ, ਉਹ ਨਹੀਂ ਪੀਏਗਾ, ਤਾਂ 25 ਸਾਲ ਦਾ 30 ਸਾਲ ਦਾ ਬੰਦਾ ਕਿਵੇਂ ਪੀ ਲੇਗਾ? ਬੋਲੋ, ਪੀ ਸਕਦਾ ਸ਼ਰਾਬ? नहीं ਉਹ ਆਪਣੀ ਅੜੀ 'ਚ ਆ ਜਾਏ ਮੈਂ ਨਹੀਂ ਕਰਨਾ, ਬਦੋ ਬਦੀ ਕੋਈ ਆ ਕੇ ਪਿਲਾਏਗਾ? नहीं ਨਹੀਂ ਪਿਲਾ ਸਕਦਾ। ਤੁਹਾਡਾ ਦਿਲ ਹੋਏਗਾ ਤਾਂ ਤੁਸੀਂ ਜਾਓਗੇ, ਜੇ ਤੁਹਾਡਾ ਦਿਲ ਨਹੀਂ ਹੈ ਤੁਸੀਂ ਨਹੀਂ। ਸਮਝ ਰਹੇ ਹੋ? ਮੈਂ ਯਾਰਾਂ ਦੋਸਤਾਂ ਦੇ ਵਿੱਚ ਬੈਠਾ, ਤਾਸ਼ ਖੇਡ ਰਹੇ ਸੀ, ਜ਼ਬਰਦਸਤੀ ਉਹਨਾਂ ਨੇ ਕਿਹਾ ਤੂੰ ਵੀ ਆ ਜਾ, ਮੈਂ ਵੀ ਪੱਤਾ ਸੁੱਟਤਾ। ਮੇਰਾ ਦਿਲ ਨਹੀਂ ਸੀ, ਦੋਸਤਾਂ ਨੇ ਮੈਨੂੰ ਕਹਿ ਦਿੱਤਾ, ਮੇਰਾ ਦਿਲ ਨਹੀਂ ਸੀ ਲੜਾਈ ਕਰਨ ਦਾ। ਯਾਰ ਦੋਸਤ ਆ ਕੇ ਕਹਿੰਦੇ ਗੰਡਾਸੇ ਚੁੱਕ ਲਾ, ਮੈਂ ਵੀ ਚੁੱਕ ਲਈ। ਮੇਰਾ ਦਿਲ ਨਹੀਂ ਸੀ ਲਾਉਣ ਪਾਉਣ ਦਾ। ਭਾਬੀ ਆਈ ਕਹਿੰਦੀ ਪਾ ਲਾ, ਮੈਂ ਵੀ ਪਾ ਲਿਆ। ਦੋਸ਼ ਲਗਾਣਾ ਦੂਸਰੇ ਉੱਤੇ, ਕਿਹਦੇ ਉੱਤੇ? दूसरे होते ਕਿਹਦੇ ਉੱਤੇ? दूसरे होते ਉਧਰ ਇੱਧਰ ਇੱਧਰ। ਸ਼ਾਉਲ ਨੂੰ ਪੁੱਛਿਆ, ਸ਼ਾਉਲ ਮੇਰੇ ਕੰਨਾਂ ਦੇ ਵਿੱਚ ਇਹ ਪੇਡਾ ਬੱਕਰੇ ਦੀ ਆਵਾਜ਼ ਆ ਰਹੀ ਹੈ, ਇਹ ਕਿੱਥੋਂ ਆਇਆ? ਕਹਿੰਦਾ ਲੋਕਾਂ ਨੇ ਕੀਤਾ। ਕਿਹਨੇ ਕੀਤਾ? लोका ने किया शाऊल एक अन आज्ञाकारिता, देखो सुनो, शाऊल ने अन आज्ञाकारिता किया, उसने अपना चरित्र गवा लिया। की गवा लिया? चरित्र गवा लिया। एक बहाना बनाना ਤੁਹਾਡੇ ਚਰਿੱਤਰ ਨੂੰ ਗਵਾ ਲਏਗਾ। ਇਸੇ ਚੈਪਟਰ ਤੋਂ ਤੁਹਾਨੂੰ ਸਮਝ ਲੱਗੇਗਾ ਪਰਮੇਸ਼ਰ ਦਾ ਬੰਦਾ ਗਰਮ ਹੋ ਗਿਆ, ਲੇਖਾ ਜੋਖਾ ਦੇਣਾ ਪੈਂਦਾ ਹੈ। ਜੇ ਤੁਸੀਂ ਪਰਮੇਸ਼ਰ ਦੇ ਵਿੱਚ ਚੱਲਦੇ ਹੋ, ਲੇਖਾ ਜੋਖਾ ਦੇਣਾ ਪੈਂਦਾ ਹੈ। ਸਾਰੇ ਬੋਲੋ, ਲੇਖਾ ਜੋਖਾ ਦੇਣਾ ਪੈਂਦਾ ਹੈ। लेखा जोखा देना पैंदा है। ਲੇਖਾ जोखा देना पैंदा है। ਜਿਹੜੇ ਬੱਚੇ ਘਰ ਦੇ ਅੰਦਰ ਰਹਿੰਦੇ ਆ, ਬੱਚੇ ਲੇਟ ਆਣ ਤੇ ਮਾਂ ਪਿਓ ਨਹੀਂ ਸੌਂਦੇ ਜਦ ਤੱਕ ਉਹ ਘਰ ਵਾਪਸ ਨਾ ਆ ਜਾਏ। ਭਾਵੇਂ 50 ਸਾਲ ਦੇ ਕਿਉਂ ਨਾ ਆ ਜਾਏ, ਤੇ ਬਜ਼ੁਰਗ ਭਾਵੇਂ 100 ਸਾਲ ਦਾ ਵੀ ਹੋ ਜਾਏ, ਉਡੀਕਦਾ ਰਹੇਗਾ ਪੁੱਤ ਕਦੋਂ ਆਏਗਾ ਬਾਹਰ ਵਾਪਸ। ਬੋਲੋ, ਐਸਾ ਹੀ ਹੈ हाँ जी ਕਿ ਨਹੀਂ? हाँ जी ਭਾਵੇਂ ਦੋਤਰੇ ਪੋਤਰੇ ਵਾਲੇ ਹੋ ਜਾਣ, ਜੇ ਬੇਟਾ ਵਾਪਸ ਨਾ ਆਵੇ ਟਾਈਮ ਸਿਰ 10 ਵਜ ਗਏ 11 ਵਜ ਗਏ, ਉਹ ਉਡੀਕਦਾ ਰਹੇਗਾ, ਗੇਟ ਬੰਦ ਕਰਨਾ, ਇਹ ਆਇਆ ਨਹੀਂ। ਕਿਉਂ? ਚਿਲਡਰਨ ਆਰ ਅਕਾਊਂਟੇਬਲ ਟੂ देयर ਪੈਰੈਂਟਸ। ਬੱਚੇ ਆਪਣੇ ਮਾਤਾ ਪਿਤਾ ਦੇ ਆਗਿਆ ਦੇ ਅਧੀਨ ਹਨ, ਉਹਨਾਂ ਨੂੰ ਲਿਖਾ ਦੇਣਾ ਪੈਂਦਾ ਹੈ। ਸਹੀ ਹੈ? सही है ਬੋਲੋ, सही है। ਖੁੱਲੇ ਡੰਗਰ ਤੇ ਕੋਈ ਨਹੀਂ, ਜਦੋਂ ਮਰਜ਼ੀ ਆ ਗਏ, ਜਦੋਂ ਮਰਜ਼ੀ ਤੁਰੇ ਫਿਰੇ ਰਹੇ, ਉਹ ਗਏ ਇਹ ਗਏ। ਫਿਰ ਸਰਕਾਰ ਵੀ ਉਹਨਾਂ ਦੇ ਕੰਨਾਂ 'ਚ ਪੀਲੀ ਪੱਟੀ ਬੰਨ੍ਹ ਦਿੰਦੀ ਹੈ, ਰਾਈਟ? हाँ जी ਜੇ ਅਸੀਂ ਘਰ ਦੇ ਵਾੜ ਦੇ ਅੰਦਰ ਹਾਂ, ਲੇਖਾ ਜੋਖਾ ਦੇਣਾ ਪੈਂਦਾ ਹੈ। ਵੀ ਆਰ ਅਕਾਊਂਟੇਬਲ। ਸ਼ਾਉਲ ਆਪਣੇ ਸ਼ਮੂਏਲ ਦੇ ਅੱਗੇ ਲੇਖਾ ਜੋਖਾ ਦੇਣ ਵਾਲਾ ਸੀ, ਔਰ ਉਹਦਾ ਪੂਰਾ ਅਧਿਕਾਰ ਸੀ। ਸ਼ਮੂਏਲ ਆ ਕੇ ਪੁੱਛਿਆ, ਲਿਸਨ, ਉਸਨੇ ਕੀ ਉਸਨੂੰ ਯਾਦ ਦਿਲਾਇਆ? ਪਤਾ ਹੈ ਉਹਨੇ ਕੀ ਉਸਨੂੰ ਯਾਦ ਦਿਲਾਇਆ? ਪੜੋ ਪਹਿਲਾ ਸ਼ਮੂਏਲ 15 ਅਧਿਆਏ ਔਰ ਉਸ ਦੀ 17 ਆਇਤ ਨੂੰ ਪੜੋ। ਸੈਮੂਅਲ ਨੇ ਆਖਿਆ, ਜਿਸ ਵੇਲੇ ਤੂੰ ਆਪਣੀ ਨਜ਼ਰ ਵਿੱਚ ਤੁਸ ਸੈਂ, ਤਾਂ ਭਲਾ ਇਸਰਾਇਲ ਦੇ ਗੋਤਾਂ ਦਾ ਤੂੰ ਪ੍ਰਧਾਨ ਨਹੀਂ ਠਹਿਰਾਇਆ ਗਿਆ? ਹਾਂ। ਅਤੇ ਯਹੋਵਾ ਨੇ ਇਸਰਾਇਲ ਦਾ ਪਾਤਸ਼ਾਹ ਬਣ ਲਈ ਤੈਨੂੰ ਮਸਾ ਕੀਤਾ। ਹਾਂ, ਯਹੋਵਾ ਨੇ ਤੈਨੂੰ ਪੈਂਡੇ ਵਿੱਚ ਘੱਲਿਆ ਅਤੇ ਆਖਿਆ, ਜਾ ਅਤੇ ਉਹਨਾਂ ਪਾਪੀ ਅਮਾਲੇਕੀਆਂ ਨੂੰ ਨਾਸ਼ ਕਰ, ਹਾਂ। ਅਤੇ ਜਦ ਤੱਕ ਉਹ ਨਸ਼ਟ ਨਾ ਹੋ ਜਾਣ ਉਹਨਾਂ ਨਾਲ ਲੜਾਈ ਕਰ। ਬਸ ਇਧਰ ਕੀ ਪੜ ਰਹੇ ਹਾਂ? ਜਦ ਉਸਨੇ ਗੁਨਾਹ ਕੀਤਾ, ਪਰਮੇਸ਼ਰ ਦੇ ਨਬੀ ਨੇ ਉਸ ਨੂੰ ਪਿਛਲਾ ਦਿਨ ਯਾਦ ਦਿਲਾਏ। ਉਸ ਨੂੰ पिछले दिन याद बोलो। पिछला दिन ਸਾਰੇ याद ਬੋਲੋ, ਉਸ ਨੂੰ ਪਿਛਲੇ ਦਿਨ ਯਾਦ ਦਿਲਾਏ। उसनु पिछले दिन याद कराए। ਉਸ ਨੂੰ ਕਿਹੜੇ ਦਿਨ ਯਾਦ ਦਿਲਾਏ? पिछले दिन ਉਸ ਨੂੰ ਕਿਹਾ ਕਿ ਜਦ ਤੂੰ ਆਪਣੀ ਨਜ਼ਰ ਦੇ ਵਿੱਚ ਛੋਟਾ ਸੀ, ਤਦ ਕੀ ਤੂੰ ਇਜ਼ਰਾਈਲੀ ਗੋਤਰਾਂ ਦਾ ਪ੍ਰਧਾਨ ਨਾ ਹੋ ਗਿਆ? ਤੁਸੀਂ ਆਪਣੇ ਸਮੇਂ ਨੂੰ, ਅੱਜ ਦਾ ਸਮਾਂ ਔਰ ਪਿਛਲੇ ਸਮੇਂ ਨੂੰ ਦੇਖੋ। ਜਦ ਤੁਸੀਂ ਆਗਿਆਕਾਰੀ ਦੇ ਵਿੱਚ ਹੋ ਕੇ ਗਏ 2023 ਨੂੰ, ਤੁਸੀਂ ਦੇਖੋ ਕਿੱਥੇ ਸੀ ਔਰ ਕਿੱਥੇ ਦਾ ਖੁਦਾ ਕਿੱਥੇ ਤੱਕ ਲੈ ਕੇ ਆਇਆ। ਕਿ ਖੁਦਾ ਦੀ ਭਲਾਈ ਨਹੀਂ? ਔਰ ਕੀ ਤੁਸੀਂ ਇੰਨੀ ਜਲਦੀ ਖੁਦਾ ਨੂੰ ਭੁੱਲ ਗਏ? ਉਹ ਖੁਦਾ ਦਾ ਬੰਦਾ ਉਸ ਨੂੰ ਯਾਦ ਦਿਲਾ ਰਿਹਾ ਹੈ, ਜਦ ਤੂੰ ਆਪਣੀ ਨਜ਼ਰਾਂ ਦੇ ਵਿੱਚ ਛੋਟਾ ਸੀ, ਕੀ ਤੈਨੂੰ ਖੁਦਾ ਨੇ ਪ੍ਰਧਾਨ ਨਹੀਂ ਬਣਾਇਆ? ਕੀ ਤੈਨੂੰ ਖੁਦਾ ਨੇ ਚੁਣ ਕੇ ਵੱਡਾ ਨਹੀਂ ਕੀਤਾ? ਜਦ ਤੂੰ ਕੁਝ ਵੀ ਨਹੀਂ ਸੀ, ਕੀ ਤੈਨੂੰ ਉੱਥੋਂ ਖਾਕ ਤੋਂ ਚੁੱਕ ਕੇ ਪਤਵੰਤਾ 'ਚ ਨਹੀਂ ਸੀ ਬਿਠਾਇਆ? ਜਦ ਤੂੰ ਬਾਲਿਆਂ ਦੀ ਛੱਤ ਦੇ ਥੱਲੇ ਰਹਿ ਰਿਹਾ ਸੀ ਔਰ ਰੋਂਦਾ ਸੀ ਜਦੋਂ ਮੀਂਹ ਵਰਦਾ ਸੀ, ਪਤੀਲੇ ਫੜ ਕੇ ਸਿਰ ਦੇ ਉੱਤੇ ਰੱਖਦਾ ਸੀ ਕਿ ਕਿਤੇ ਮੀਂਹ ਮੇਰੇ ਬੱਚਿਆਂ ਦੇ ਉੱਤੇ, ਮੇਰੇ ਉੱਤੇ ਨਾ ਆਵੇ।
ਹੁਣ ਤੁਸੀਂ ਪੱਕੇ ਮਕਾਨਾਂ ਦੇ ਵਿੱਚ ਆ ਕੇ 1 ਮੰਜ਼ਿਲ 2 ਮੰਜ਼ਿਲ ਦੇ ਵਿੱਚ ਆ ਗਏ। ਹੁਣ ਮੀਂਹ ਕਣੀਆਂ ਦੇ ਤੁਸੀਂ ਖੁਸ਼ ਹੁੰਦੇ ਹੋ ਛੱਤ ਨੂੰ ਵੇਖ ਕੇ, ਰੱਬਾ ਤੇਰਾ ਧੰਨਵਾਦ। ਪਹਿਲਾਂ ਉਹ ਸਮਾਂ ਸੀ ਅਸੀਂ ਡਰਦੇ ਸੀ ਕਿ ਰੱਬਾ ਮੀਂਹ ਨਾ ਵਰੇ, ਮੀਂਹ ਨਾ ਵਰੇ। ਹੁਣ ਤੁਸੀਂ ਖੁਸ਼ ਹੋ ਜਾਂਦੇ ਹੋ ਮੀਂਹ ਨੂੰ ਵੇਖ ਕੇ। ਖੁਦਾ ਤੁਹਾਨੂੰ ਯਾਦ ਦਿਲਾ ਰਿਹਾ ਹੈ, ਉਸ ਸਮੇਂ ਨੂੰ ਯਾਦ ਕਰੋ ਕਿੱਥੇ ਸੀ, ਕਿੱਥੇ ਤੱਕ ਖੁਦਾ ਲੈ ਕੇ ਆਇਆ। हालेलुया। ਕਿੱਧਰੋਂ ਦੀ ਕਿੱਥੇ ਤੱਕ ਖੁਦਾ ਲੈ ਕੇ ਆਇਆ। ਕਿ ਤੈਨੂੰ ਖੁਦਾ ਨੇ ਇੱਕ ਖਾਸ ਮਕਸਦ ਲਈ ਨਹੀਂ ਚੁਣਿਆ, ਕਿ ਤੁਹਾਨੂੰ ਪਰਮੇਸ਼ਵਰ ਨੇ ਇੱਕ ਖਾਸ ਮਕਸਦ ਲਈ ਅਲੱਗ ਨਹੀਂ ਕੀਤਾ, ਕਿ ਤੁਹਾਨੂੰ ਖੁਦਾ ਨੇ ਉਸ ਅੱਗ ਦੇ ਵਿੱਚੋਂ ਦਲਦਲ ਦੇ ਵਿੱਚੋਂ ਬਾਹਰ ਕੱਢ ਕੇ, ਸ਼ਰਾਬੀਆਂ ਦੀ ਟੋਲੀ ਚੋਂ ਬਾਹਰ ਕੱਢ ਕੇ ਭਗਤਾਂ ਦੇ ਨਾਲ ਨਹੀਂ ਜੋੜਿਆ, ਕਿ ਤੁਹਾਨੂੰ ਖੁਦਾ ਨੇ ਵਿਚਾਰਿਆਂ ਦੇ ਵਿੱਚੋਂ ਬਾਹਰ ਕੱਢ ਕੇ ਸਾਫ਼ ਸੁਥਰਾ ਜੀਵਨ ਦੇ ਵਿੱਚ ਨਹੀਂ ਰੱਖਿਆ, ਕਿ ਤੁਹਾਡੀ ਜੇਬ ਦੇ ਵਿੱਚ ਉਹ ਸਮਾਂ ਸੀ ਜਦ 1 ਰੁਪਈਏ ਨੂੰ ਤਰਸਦੇ ਸੀ, ਸੋਫਿਆਂ ਦੇ ਅੰਦਰ ਲੱਭਦੇ ਸੀ ਰੁਪਈਆ ਵੀ ਮੈਨੂੰ ਮਿਲ ਜਾਏ। ਹੁਣ ਜਦੋਂ ਜੇਬ ਭਰੀਆਂ ਹੋਈਆਂ ਹਨ, ਖੁੱਲੇ ਖਰਚੇ ਕਰਦੇ ਹੋ, ਕਿ ਤੁਹਾਨੂੰ ਉਹ ਦਿਨ ਯਾਦ ਨਹੀਂ ਆਏ, ਕਿ ਤੁਹਾਨੂੰ ਉਹ ਦਿਨ ਯਾਦ ਨਹੀਂ ਆਏ। ਸ਼ਮੂਏਲ ਸ਼ਾਉਲ ਨੂੰ ਕਹਿ ਰਿਹਾ ਹੈ, ਉਹ ਦਿਨ ਨੂੰ ਯਾਦ ਕਰ, ਤੂੰ ਆਪਣੀ ਨਜ਼ਰ ਦੇ ਵਿੱਚ ਛੋਟਾ ਸੀ, ਛੋਟੇ ਤੋਂ ਲੈ ਕੇ ਤੈਨੂੰ ਮੈਂ ਇੱਥੇ ਤੱਕ ਲੈ ਕੇ ਆਇਆ, ਤੈਨੂੰ ਮੈਂ ਇੱਕ ਖਾਸ ਮਕਸਦ ਲਈ ਮੈਂ ਚੁਣਿਆ, ਔਰ ਤੂੰ ਬਹਾਨੇ ਬਣਾ ਰਿਹਾ ਹੈ। ਤੁਸੀਂ ਅੱਗੇ ਬੈਠੇ ਹੋ, ਪਿੱਛੇ ਬੈਠੇ ਹੋ। ਪਰਮੇਸ਼ਰ ਦੀ ਨਜਾਤ ਨੂੰ ਐਵੇਂ ਨਾ ਸਮਝਣਾ। ਉਹਦਾ ਅਰਥ ਕੀ ਸੀ ਪਤਾ ਹੈ? Shaul did not cultivate his spiritual life. ਸ਼ਾਉਲ ਨੇ ਆਤਮਿਕ ਜੀਵਨ ਦੀ ਗੱਲਾਂ ਤੇ ਸੁਣ ਲੀਆਂ, ਲੇਕਿਨ ਆਤਮਿਕ ਜੀਵਨ ਦੇ ਵਿੱਚ ਤਰੱਕੀ ਨਾ ਕਰ ਸਕਿਆ। ਸੁਣ ਰਹੇ ਹੋ, ਸੁਣ ਰਹੇ ਹੋ? ਸ਼ਾਉਲ ਨੂੰ ਆਤਮਿਕ ਜੀਵਨ ਦੀ ਸ਼ੁਰੂਆਤ ਤਾਂ ਹੋਈ, ਪਰ ਆਤਮਿਕ ਜੀਵਨ ਨੂੰ ਉਹ ਤਰੱਕੀ नहीं कर सके। ਬਾਕੀ ਸਾਰੇ ਪਾਸੇ ਉਹ ਤਰੱਕੀ ਕਰ ਗਿਆ, ਲੇਕਿਨ ਆਤਮਿਕ ਜੀਵਨ ਦੇ ਵਿੱਚ ਉਹ ਵਧਿਆ ਨਹੀਂ। ਤੁਸੀਂ ਕਿੱਧਰ ਹੋ ਅੱਜ? ਤੁਸੀਂ ਕਿੱਧਰ ਹੋ? ਕਿ ਤੁਸੀਂ ਆਪਣੇ ਆਤਮਿਕ ਜੀਵਨ ਦੇ ਵਿੱਚ ਵੀ ਵਧੇ ਹੋ ਜਾਂ ਨਹੀਂ? ਸ਼ਾਉਲ ਆਪਣੇ ਚਰਿੱਤਰ ਨੂੰ ਗਵਾ ਲਿਆ ਜਦ ਉਸਨੇ ਅਨਾਗਿਆਕਾਰੀ ਕੀਤੀ। ਦੂਸਰੀ ਗੱਲ, ਸ਼ਾਉਲ ਨੇ ਆਤਮਿਕ ਬੰਦੇ ਨੂੰ ਵੀ ਗਵਾ ਲਿਆ। ਸ਼ਾਉਲ ਨੇ आत्मिक बंदे ने भी गवा ਪੜੋ लिया। ਤੁਸੀਂ ਪਹਿਲਾ ਸ਼ਮੂਏਲ 15 ਬਾਬ ਔਰ ਉਸ ਦੀ 35 ਆਇਤ ਨੂੰ ਪੜੋ। और शमूएल ने अपने जीवन पर शाऊल से फिर भेंट ना की, हाँ। क्योंकि शमूएल शाऊल के लिए विलाप करता रहा और यहोवा शाऊल को इज़राइल का राजा बनाकर पछताता था। ਪੰਜਾਬੀ ਚ ਵੀ ਪੜੋ। ਪਹਿਲਾ ਸ਼ਮੂਏਲ 15 ਬਾਬ ਉਸ ਦੀ 35 ਆਇਤ। ਅਤੇ ਸੈਮੂਅਲ ਆਪਣੀ ਮੌਤ ਤੋੜੀ ਸਾਊਲ ਨੂੰ ਵੇਖਣ ਨਾ ਗਿਆ। ਕੀ ਲਿਖਿਆ? ਸ਼ਮੂਏਲ ਖੁਦਾ ਦਾ ਬੰਦਾ ਸ਼ਾਉਲ ਦੀ ਮੌਤ ਤੱਕ ਉਹਨੂੰ ਵੇਖਣ ਨਾ ਗਿਆ, ਉਸ ਨੂੰ ਵੇਖਣ ਨਾ ਗਿਆ। ਵੇਖਣ ਨਾ ਗਿਆ। ਅੱਗੇ ਤਾਂ ਵੀ ਸੈਮੂਅਲ ਸਾਊਲ ਉਤੋਂ ਉਦਾਸ ਹੁੰਦਾ ਰਿਹਾ। ਹਾਂ। ਅਤੇ ਯਹੋਵਾ ਨੇ ਵੀ ਸਾਊਲ ਨੂੰ ਇਸਰਾਇਲ ਦਾ ਬਾਦਸ਼ਾਹ ਬਣਾਉਣ ਵਿੱਚ ਅਫਸੋਸ ਕੀਤਾ। ਸ਼ਮੂਏਲ ਦੂਰ ਤੋਂ ਸ਼ਾਉਲ ਦੇ ਲਈ ਉਦਾਸ ਹੁੰਦਾ ਸੀ, ਪਰ ਸ਼ਾਉਲ ਨੂੰ ਮਿਲਣ ਦੇ ਲਈ ਕਦੀ ਨਹੀਂ ਗਿਆ। ਲਿਖਿਆ ਨਾ? ਬੋਲੋ। ਹਾਂਜੀ। ਸ਼ਮੂਏਲ ਦੂਰ ਤੋਂ ਸੋਚ ਕੇ ਸ਼ਾਉਲ ਦੇ ਬਾਰੇ ਕੀ ਹੁੰਦਾ ਸੀ? उदास हुंदा सी, ਪਰ ਸ਼ਾਉਲ ਨੂੰ ਮਿਲਣ ਦੇ ਲਈ ਉਹ कदी नहीं गया। ਸੁਣੋ, ਅਨਾਗਿਆਕਾਰਿਤਾ ਨੇ, ਇੱਕ ਬਹਾਨੇ ਨੇ ਸ਼ਮੂਏਲ ਨੂੰ, ਸ਼ਾਉਲ ਨੂੰ, ਖੁਦਾ ਦੇ ਬੰਦੇ ਸ਼ਮੂਏਲ ਤੋਂ ਕੋਸੋ ਦੂਰ ਕਰਤਾ। ਸ਼ਮੂਏਲ ਕੌਣ ਸੀ? ਉਸਦਾ ਆਤਮਿਕ ਪਿਤਾ ਹੈ। ਸ਼ਮੂਏਲ ਕੌਣ ਸੀ? ਸ਼ਾਉਲ ਦੇ ਲਈ ਪ੍ਰਾਰਥਨਾ ਕਰਨ ਵਾਲਾ। ਸ਼ਮੂਏਲ ਕੌਣ ਸੀ? ਸ਼ਮੂਏਲ ਉਹ ਸੀ ਜਿਸ ਨੇ ਸ਼ਾਉਲ ਨੂੰ ਮਸਾ ਕੀਤਾ ਸੀ। ਸ਼ਮੂਏਲ ਕੌਣ ਸੀ? ਜਿਸ ਨੇ ਉਸ ਨੂੰ ਖੁਦਾ ਦਾ ਕਲਾਮ ਸਿਖਾਇਆ ਸੀ। ਲੇਕਿਨ ਜਦ ਅਨਾਗਿਆਕਾਰਿਤਾ ਕਰਕੇ ਦੂਰ ਚਲਾ ਗਿਆ, ਬਹਾਨੇ ਮਾਰਨ ਲੱਗ ਪਿਆ, ਸ਼ਮੂਏਲ ਸਿੱਧਾ ਸਪਸ਼ਟ ਰੂਪ ਨਾਲ ਉਸ ਨੂੰ ਕਿਹਾ ਕਿ ਕਹਿਣਾ ਮੰਨਣਾ ਭੇਂਟ ਚੜਾ ਨਾਲੋਂ ਜ਼ਿਆਦਾ ਉਤਮ ਨਹੀਂ। ਉਸਨੇ ਖੁਦ ਹੀ ਭੇਂਟ ਚੜਾਤਾ, ਉਸਨੇ ਖੁਦ ਹੀ ਸਾਰਾ ਕੁਝ ਕਰ ਲਿਆ। ਮੇਰੇ ਪਿਆਰੇ ਰੱਬ ਦੇ ਲੋਕੋ, ਸ਼ਮੂਏਲ ਨਾਰਾਜ਼ ਹੋ ਗਿਆ। ਹੀ ਲੋਸਟ ਹਿਸ ਸਪਿਰਿਚੁਅਲ ਫਰੈਂਡ। ਉਸਨੇ ਆਪਣੇ ਆਤਮਿਕ ਸੰਗਤੀ ਨੂੰ ਗਵਾ ਲਿਆ। ਮੇਰੇ ਪਿਆਰੇ ਰੱਬ ਦੇ ਲੋਕੋ, ਜਦ ਇੱਕ ਵਿਅਕਤੀ ਗੁਨਾਹ ਦੇ ਵਿੱਚ ਫਸ ਕੇ ਅਨਾਗਿਆਕਾਰਿਤਾ ਕਰਦਾ ਹੈ, ਉਹ ਸਿਰਫ ਆਪਣੇ ਚਰਿੱਤਰ ਨੂੰ ਹੀ ਨਹੀਂ, ਪਰੰਤੂ ਆਤਮਿਕ ਸੰਗਤੀ ਨੂੰ ਵੀ ਕੀ ਕਰ ਦਿੰਦਾ ਹੈ? ਖੋ ਦਿੰਦਾ ਹੈ। ਆਤਮਿਕ ਸੰਗਤੀ ਨੂੰ ਵੀ ਕੀ ਕਰ ਲੈਂਦਾ ਹੈ? ਉਸ ਨੂੰ ਸਮਝਾਉਣ ਵਾਲਾ ਬੰਦਾ ਕੋਈ ਨਹੀਂ ਰਿਹਾ, ਉਸ ਨੂੰ ਝਿੜਕਣ ਵਾਲਾ ਬੰਦਾ ਕੋਈ ਨਹੀਂ ਰਿਹਾ, ਉਸ ਲਈ ਪ੍ਰਾਰਥਨਾ ਕਰਨ ਵਾਲਾ ਬੰਦਾ ਕੋਈ ਨਾ ਰਿਹਾ। ਸ਼ਮੂਏਲ ਇੱਕ ਪ੍ਰਾਰਥਨਾ ਕਰਨ ਵਾਲਾ ਬੰਦਾ ਸੀ। ਸ਼ਮੂਏਲ ਨੇ ਖੁਦ ਕਿਹਾ, ਜੇਕਰ ਮੈਂ ਤੁਹਾਡੇ ਲਈ ਪ੍ਰਾਰਥਨਾ ਨਾ ਕਰਾਂ ਤਾਂ ਮੈਂ ਪਰਮੇਸ਼ਰ ਦੇ ਵਿਰੁੱਧ ਗੁਨਾਹ ਕਰਦਾ ਹਾਂ।
ਇੱਕ ਸ਼ਮੂਏਲ ਪ੍ਰਾਰਥਨਾ ਕਰਨ ਵਾਲਾ ਬੰਦਾ ਸੀ। ਇਸ ਲਈ ਮੇਰੇ ਪਿਆਰੇ ਰੱਬ ਦੇ ਲੋਕੋ, ਜਦ ਤੁਸੀਂ ਖੁਦਾ ਤੋਂ ਦੂਰ ਹੋ ਜਾਓ, ਜ਼ਿਆਦਾ ਚਿਰ ਨਾ ਲਾਣਾ, ਵਾਪਸ ਮੁੜ ਕੇ ਆਣਾ। हालेलुया ਬਦੀ ਦੇ ਵਿੱਚ ਡੁੱਬਦੇ ਨਾ ਰਹਿਣਾ, ਹੋਸ਼ ਦੇ ਵਿੱਚ ਆ ਕੇ ਵਾਪਸ ਆਣਾ। ਡਿੱਗੇ ਰਹਿਣਾ ਬਹੁਤ ਵੱਡਾ ਪਾਪ ਹੈ। ਡਿੱਗ ਕੇ ਖੜੇ ਹੋ ਕੇ ਵਾਪਸ ਆਣਾ ਕੋਈ ਪਾਪ ਨਹੀਂ ਹੈ। ਹਾਲੇਲੂਇਆ हालेलुया क्योंकि वो बंदा अपनी गलती नु मन के वापस आया। हालेलुया हालेलुया हालेलुया। हालेलुया शाऊल ने अपने आत्मिक पिता नु गवा लिया। मैं सोचदा उसनु अफसोस भी बड़ा होया। किन्ने लोग सानू अफसोस नहीं हुंदा। एक संगति नु छड़ के तुहानू जे अफसोस होया, तुसी वापस आए, प्रभु दा धन्नवाद करो। जे तुसी थाई थाई भटक रहे हो, वापस आओ, अपने जीवन ਨੂੰ ਟਿਕਾਓ और अपनी गलती ਨੂੰ ਮੰਨ ਕੇ प्रभु ਦੇ ਹਜ਼ੂਰ ਦੇ ਵਿੱਚ ਸਿਰ ਨੂੰ ਝੁਕਾ ਕੇ ਕਹੋ, ਖੁਦਾਵੰਦਾ ਗਲਤੀ ਮੈਂ ਕੀਤੀ ਹੈ। ਤੀਸਰਾ, ਸ਼ਾਊਲ lost his crown। ਸ਼ਾਊਲ ਨੇ ਆਪਣੇ ਸਿਰ ਦੇ ਉੱਤੇ ਤਾਜ ਜਿਹੜਾ ਸੀ गवा लिया ਉਸ ਨੂੰ ਕੀ ਕਰ ਲਿਆ? गवा लिया ਪੜੋ ਤੁਸੀਂ ਪਹਿਲਾ ਸ਼ਾਮੂਏਲ 15 ਦੀ 30 ਆਇਤ ਨੂੰ ਪੜੋ। ਤਦ ਉਹਨੇ ਆਖਿਆ, ਮੈਂ ਪਾਪ ਕੀਤਾ, ਪਰ ਲੋਕਾਂ ਦੇ ਬਜ਼ੁਰਗਾਂ ਤੇ ਇਸਰਾਇਲ ਦੇ ਅੱਗੇ ਮੇਰਾ ਆਦਰ ਕਰ ਅਤੇ ਮੇਰੇ ਨਾਲ ਮੁੜ ਚੱਲ, ਹਾਂ। ਜੋ ਮੈਂ ਯਹੋਵਾ ਤੇਰੇ ਪਰਮੇਸ਼ਰ ਦੇ ਅੱਗੇ ਮੱਥਾ ਟੇਕਾਂ। ਹਾਂਜੀ। ਤਦ ਸੈਮੂਅਲ ਸਾਊਲ ਦੇ ਮਗਰ ਮੁੜਿਆ ਅਤੇ ਸਾਊਲ ਨੇ ਯਹੋਵਾ ਦੇ ਅੱਗੇ ਮੱਥਾ ਟੇਕਿਆ। ਹਾਂ ਤਦ ਅੱਗੇ ਤਦ ਸੈਮੂਅਲ ਨੇ ਆਖਿਆ, ਅਮਾਲੇਕੀਆਂ ਦੇ ਸੌਰੀ 26 ਆਇਤ ਪੜੋ। 26 ਆਇਤ। ਤਾਂ ਸੈਮੂਅਲ ਨੇ ਸਾਊਲ ਨੂੰ ਆਖਿਆ, ਮੈਂ ਤੇਰੇ ਨਾਲ ਨਹੀਂ ਜਾਂਦਾ, ਹਾਂ। ਕਿਉਂ ਜੋ ਤੈਂ ਯਹੋਵਾ ਦੇ ਵਚਨ ਨੂੰ ਰੱਦਿਆ ਹਾਂ। ਅਤੇ ਯਹੋਵਾ ਨੇ ਇਸਰਾਇਲ ਉਤੇ ਪਾਤਸ਼ਾਹ ਰਹਿਣ ਤੋਂ ਤੈਨੂੰ ਰੱਦਿਆ ਹੈ। ਹਾਂਜੀ। ਜਦ ਸੈਮੂਅਲ ਵਿਦਿਆ ਹੋਣ ਨੂੰ ਮੁੜਿਆ ਤਾਂ ਉਹਨੇ ਉਸ ਦੀ ਚਾਦਰ ਦਾ ਪੱਲਾ ਫੜ ਲਿਆ ਅਤੇ ਉਹ ਪਾਟ ਗਿਆ। ਹਾਂ। ਤਦ ਸੈਮੂਅਲ ਨੇ ਉਹਨੂੰ ਆਖਿਆ, ਯਹੋਵਾ ਨੇ ਤੇਰਾ ਰਾਜ ਜੋ ਇਸਰਾਇਲ ਉਤੇ ਕਰਦਾ ਸੈਂ ਅੱਜ ਤੇਰੇ ਨਾਲੋਂ ਪਾੜ ਲਿਆ ਹੈ ਹਾਂ। ਅਤੇ ਤੇਰੇ ਇੱਕ ਗਵਾਂਢੀ ਨੂੰ ਦੇ ਦਿੱਤਾ ਜੋ ਤੈਥੋਂ ਚੰਗਾ ਹੈ। ਹਾਂ। ਨਾਲੇ ਇਸਰਾਇਲ ਦਾ ਸ਼ਕਤੀਮਾਨ ਝੂਠ ਨਹੀਂ ਬੋਲਦਾ ਅਤੇ ਨਹੀਂ ਪਛਤਾਉਂਦਾ, ਕਿਉਂ ਜੋ ਮਨੁੱਖ ਨਹੀਂ ਜੋ ਪਛਤਾਵੇ। ਹਾਂ। ਤਦ ਉਹਨੇ ਬਸ ਆਖਿਆ, ਇੱਥੇ ਲਿਖਿਆ, ਜਦ ਪਰਮੇਸ਼ਰ ਦੇ ਦਾਸ ਨੇ ਉਸ ਨੂੰ ਕਿਹਾ, ਤੇਰਾ ਭੇਂਟ ਚੜਾਣਾ ਸਹੀ ਨਹੀਂ, ਤੇਰਾ ਭੇਂਟ ਚੜਾਣਾ सही नहीं ਤੇਰਾ ਕਹਿਣਾ ਮੰਨਣਾ ਸਹੀ ਸੀ, ਪਰ ਤੂੰ ਕਹਿਣਾ ਨਹੀਂ ਮੰਨਿਆ। ਕਹਿਣਾ ਮੰਨਣਾ ਤੇਰਾ ਭੇਂਟ ਚੜਾਉਣ ਨਾਲੋਂ ਵੀ ਜ਼ਿਆਦਾ ਉੱਤਮ ਹੈ। हालेलुया ਕਹਿਣਾ ਮੰਨਣਾ, पेंटा चढ़ाने वालों भी उत्तम है ਬੋਲੋ पेंट चढ़ाने ਸਾਰੇ ਮੇਰੇ ਪਿੱਛੇ ਬੋਲੋ, ਕਹਿਣਾ ਮੰਨਣਾ कहना मन्ना ਭੇਂਟ ਚੜਾਉਣ ਨਾਲੋਂ ਵੀ ਉੱਤਮ ਹੈ। पेंट चढ़ाने वालों भी उत्तम है ਬਗਾਵਤ ਕਰਨਾ बगावत करना ਮੂਰਤੀ ਪੂਜਾ ਦੇ ਬਰਾਬਰ ਹੈ। मूर्ति पूजा के बराबर है। ਇਹ ਖੁਦਾ ਦਾ ਕਲਾਮ ਇਸੇ ਚੈਪਟਰ 'ਚ ਲਿਖਿਆ, ਇਸੇ ਚੈਪਟਰ 'ਚ ਲਿਖਿਆ। ਪਹਿਲੇ ਸ਼ਮੂਏਲ 15 ਬਾਬ 23 और 24 से 22 ਤੋਂ ਸਟਾਰਟ ਹੈ। ਉਸਨੇ ਕਿਹਾ, ਤੂੰ ਕਹਿਣਾ ਨਹੀਂ ਮੰਨਿਆ, ਤੂੰ ਭੇਂਟ ਚੜਾਉਣ ਦੇ ਲਈ ਆਇਆ, ਲੇਕਿਨ ਉਹ ਵੀ ਸਹੀ ਨਹੀਂ। ਜਿਸ ਚੀਜ਼ ਨੂੰ ਮਨਾ ਕੀਤਾ ਤੂੰ ਉਹ ਕੰਮ ਕਰਨ ਨੂੰ ਗਿਆ। ਜੇ ਤੂੰ ਕਹਿਣਾ ਮੰਨਦਾ ਤੇਰਾ ਰਾਜ ਤੇਰੇ ਕੋਲ ਰਹਿਣਾ ਸੀ, ਪਰ ਤੂੰ ਕਹਿਣਾ ਨਹੀਂ ਮੰਨਿਆ, ਉਲਟਾ ਬਹਾਨੇ ਮਾਰਨ ਲੱਗਾ। ਬਹਾਨੇ ਮਾਰ ਕੇ ਜਦੋਂ ਪਰਮੇਸ਼ਰ ਦੇ ਬੰਦੇ ਨੇ ਉਸਨੂੰ ਕਿਹਾ, ਦੇਖ ਤੂੰ ਖੁਦਾ ਨੂੰ ਤੁੱਛ ਜਾਣਿਆ, ਮੈਂ ਤੇਰੇ ਨਾਲ ਨਹੀਂ ਜਾਣਾ, ਪਿੱਛੇ ਨੂੰ ਮੁੜਿਆ। ਉਹਨੇ ਸ਼ਾਊਲ ਰਾਜੇ ਨੇ ਕੀ ਕੀਤਾ? ਉਹਦੇ ਕੱਪੜੇ ਦੇ ਪੱਲੇ ਨੂੰ ਕੀ ਕਰ ਲਿਆ? ਫੜ ਲਿਆ। ਜਦੋਂ ਖਿੱਚਿਆ, ਫਟ ਗਿਆ। ਸ਼ਮੂਏਲ ਦਾ ਪੱਲਾ, ਉਹ ਜਿਹੜਾ ਕੱਪੜਾ ਸੀ, ਉਹ ਕੀ ਹੋ ਗਿਆ? फट गया ਫਟ ਗਿਆ। ਜਦ ਦੋ ਹਿੱਸੇ 'ਚ ਫਟਿਆ, ਉਸਨੇ ਕਿਹਾ, ਬਸ ਜਿਵੇਂ ਤੂੰ ਇਹ ਕੰਮ ਕੀਤਾ ਹੈ ਨਾ, ਤੇ ਵੀ ਹੁਣ ਤੇਰਾ ਰਾਜ ਵੀ कित्थों ਤੇਰੇ ਕੋਲੋਂ ਲੈ ਲਿਆ ਜਾਏਗਾ। ਔਰ ਕਿਹਨੂੰ ਦਿੱਤਾ ਜਾਏਗਾ? ਤੇਰੇ ਗਵਾਂਢੀ तेरे ਨੂੰ गवांढी नु ਸੁਣੋ, ਇਹ ਸਹਿਣਾ ਬੜਾ ਔਖਾ ਹੁੰਦਾ ਨਾ। ਤੁਹਾਡੀ ਬਰਕਤ ਤੁਹਾਡੇ ਗਵਾਂਢੀ ਨੂੰ ਮਿਲ ਜਾਏ, ਇਹ ਨਹੀਂ ਸਹਿਣ ਹੁੰਦਾ। ਹੁੰਦਾ ਹੈ? नहीं ਤੁਸੀਂ ਘਰ ਬਣਾਓ, ਗਵਾਂਢੀ ਬੁੜਬੁੜ ਕਰੇਗਾ। ਬਣਾਇਆ ਕੋਈ, ਲੜਾਈ ਕਿਸੇ ਦੇ ਘਰ 'ਚ, ਕਿਸੇ ਨੇ ਮੋਟਰਸਾਈਕਲ ਲਿਆ, ਲੜਾਈ ਕਿਸੇ ਦੇ ਘਰ 'ਚ। ਘਰ ਬਣਾਇਆ, ਉਹ ਕਹਿ ਕੇ, ਰੱਬਾ ਦੂਰ ਵਾਲੇ ਗਵਾਂਢੀ ਨੂੰ ਦੇ, ਇਹਨੂੰ ਨਾ ਦੇ, ਉਹਨੂੰ ਦੇ ਦੇਣਾ। ਪਰਮੇਸ਼ਰ ਨੇ ਕਿਹਾ, ਸ਼ਾਊਲ ਤੇਰਾ ਰਾਜ ਤੇਰੇ ਕੋਲੋਂ ਖੋਹ ਲਿਆ ਗਿਆ, ਛੀਨ ਲਿਆ ਗਿਆ। ਔਰ ਕਿਹਨੂੰ ਦਿੱਤਾ ਗਿਆ? तेरे गवांढी नु ਹੁਣ ਤੇਰੇ ਗਵਾਂਢੀ ਨੂੰ ਦੇਣਾ। ਉਸਨੇ ਕਿਹਾ, ਰੱਬਾ ਇਹਨਾਂ ਬਜ਼ੁਰਗਾਂ ਨੂੰ ਯਾਦ ਕਰ, ਮੇਰੇ ਨਾਲ ਦੇ ਜਿਹੜੇ ਲੋਕ ਹੈ। he was more concerned about his reputation than his character। ਉਸ ਨੂੰ ਆਪਣੇ ਚਰਿੱਤਰ ਦਾ ਨਹੀਂ, ਉਸ ਨੂੰ ਆਪਣੀ ਛਵੀ ਦਾ ਜ਼ਿਆਦਾ ਫਿਕਰ ਸੀ, ਲੇਕਿਨ ਉਸਨੇ ਆਪਣੇ ਤਾਜ ਨੂੰ ਗਵਾ ਲਿਆ। ਮੇਰੇ ਪਿਆਰੇ ਰੱਬ ਦੇ ਲੋਕੋ, ਇੱਕ ਅਨ ਆਗਿਆਕਾਰੀਤਾ ਕਿੱਧਰ ਦਾ ਕਿੱਧਰ ਕਿਸੇ ਨੂੰ ਲੈ ਜਾਂਦਾ ਹੈ।
ਉਹਦਾ ਨਤੀਜਾ ਬੜੀ ਦੂਰ ਹੈ। ਵਚਨ ਦੇ ਅਨੁਸਾਰ ਅਸੀਂ ਆਗਿਆਕਾਰੀ ਦੇ ਅਨੁਸਾਰ ਚੱਲੀਏ। हालेलुया ਵਚਨ 'ਚ ਲਿਖਿਆ ਅਧੀਨ ਕੀਏ ਤੇ ਯਹੋਵਾ ਦੇ ਪਹਿ ਮੰਨਣ ਦਾ ਫਲ ਧਨ ਆਦਰ ਅਤੇ ਜੀਵਨ ਹੈ। ਆਗਿਆਕਾਰੀ ਦਾ ਬੜਾ ਪ੍ਰਤੀਫਲ ਹੈ। ਹਾਲੇਲੂਇਆ। हालेलुया ਜੋ ਅਧੀਨਗੀ ਦੇ ਨਾਲ ਚੱਲੇਗਾ, ਜੋ ਆਗਿਆਕਾਰੀ ਦੇ ਨਾਲ ਹੋ ਕੇ ਚੱਲੇਗਾ, ਖੁਦਾ ਉਸ ਨੂੰ ਵੀ ਔਰ ਉਸ ਦੀ ਪੀੜ੍ਹੀਆਂ ਨੂੰ ਬਰਕਤ ਦੇ ਉੱਤੇ ਬਰਕਤ ਦੇਗਾ। ਸ਼ਾਉਲ ਦੀ ਪੀੜ੍ਹੀ ਚੱਲੀ, ਹਮੇਸ਼ਾ ਦਾਊਦ ਦੀ ਪੀੜ੍ਹੀ ਦੇ ਨਾਲ ਜੰਗ ਕਰਦੀ ਰਹੀ, ਪਰ ਦਾਊਦ ਦੀ ਪੀੜ੍ਹੀ ਹਮੇਸ਼ਾ ਜੇਤੂ ਹੁੰਦੀ ਰਹੀ। ਦਾਊਦ ਨੇ ਪਰਮੇਸ਼ਰ ਦੇ ਅੱਗੇ ਅਧੀਨਗੀ ਦੇ ਨਾਲ ਚੱਲਿਆ, ਦਾਊਦ ਨੂੰ ਖੁਦਾ ਨੇ ਮੁਬਾਰਕ ਬਣਾਇਆ। ਹਾਲੇਲੂਇਆ हालेलुया ਹਾਲੇਲੂਇਆ। हालेलुया ਖੁਦਾ ਤੁਹਾਡੀ ਪੇਂਟ ਤੋਂ ਪਹਿਲਾਂ ਤੁਹਾਡੇ ਦਿਲ ਨੂੰ ਪਸੰਦ ਕਰਦਾ ਹੈ। ਕੈਨ ਔਰ ਹਾਬਿਲ ਦਾ ਇਹੀ ਸੀ। ਪਰਮੇਸ਼ਰ ਨੇ ਕੈਨ ਔਰ ਉਸ ਦੀ ਪੇਂਟ ਨੂੰ ਕਬੂਲ ਨਾ ਕੀਤਾ, ਪਰ ਪਰਮੇਸ਼ਰ ਨੇ ਹਾਬਿਲ ਔਰ ਉਸ ਦੀ ਪੇਂਟ ਨੂੰ ਕਬੂਲ ਕੀਤਾ। ਤੁਹਾਡੇ ਦਾਨ ਤੋਂ ਪਹਿਲਾਂ, ਤੁਹਾਡੀ ਗਵਾਹੀ ਤੋਂ ਪਹਿਲਾਂ, ਤੁਹਾਡੇ ਖੁਸ਼ਖਬਰੀ ਸੁਣਾਉਣ ਤੋਂ ਪਹਿਲਾਂ ਖੁਦਾ ਤੁਹਾਨੂੰ ਪਹਿਲੇ ਕਬੂਲ ਕਰੇਗਾ, ਫਿਰ ਤੁਹਾਡੀ ਗਵਾਹੀ ਨੂੰ ਕਬੂਲ ਕਰੇਗਾ, ਫਿਰ ਤੁਹਾਡੇ ਮੂੰਹ ਦੇ ਬੋਲ ਨੂੰ ਕਬੂਲ ਕਰੇਗਾ, ਫਿਰ ਤੁਹਾਡੇ ਹੱਥਾਂ ਦੀ ਕਮਾਈ ਨੂੰ ਕਬੂਲ ਕਰੇਗਾ। ਖੁਦਾ ਤੁਹਾਡੀ ਆਰਾਧਨਾ ਤੋਂ ਪਹਿਲਾਂ, ਖੁਦਾ ਪਹਿਲੇ ਤੁਹਾਨੂੰ ਕਬੂਲ ਕਰਨੇ ਪਾਏ। ਪਰਮੇਸ਼ਰ ਤੁਹਾਡੇ ਗੀਤ ਗਾਉਣ ਤੋਂ ਪਹਿਲਾਂ, ਸਾਜ਼ ਵਜਾਉਣ ਤੋਂ ਪਹਿਲਾਂ ਖੁਦਾ ਤੁਹਾਨੂੰ ਪਹਿਲੇ ਕਬੂਲ ਕਰੇ, ਫਿਰ ਤੁਹਾਡੇ ਗੀਤ ਨੂੰ ਵੀ ਕਬੂਲ ਕਰੇਗਾ, ਫਿਰ ਤੁਹਾਡੇ ਸਾਜ਼ ਵਜਾਉਣ ਵਾਲੇ ਨੂੰ ਵੀ ਕਬੂਲ ਕਰੇਗਾ। ਹਾਲੇਲੂਇਆ। हालेलुया ਜੇ ਤੁਹਾਨੂੰ ਖੁਦਾ ਨੇ ਕਬੂਲ ਨਹੀਂ ਕੀਤਾ, ਖੁਦਾ ਤੁਹਾਡੀ ਚੀਜ਼ਾਂ ਨੂੰ ਵੀ ਆਸ਼ੀਸ਼ ਨਹੀਂ ਦੇਗਾ। ਜੇ ਖੁਦਾ ਨੇ ਤੁਹਾਨੂੰ ਜੇ ਕਬੂਲ ਨਾ ਕੀਤਾ, ਰੱਦ ਕੀਤਾ, ਇੱਕ ਸਮਾਂ ਆਏਗਾ, ਇੱਕ ਸਮਾਂ ਆਏਗਾ ਤੁਹਾਡਾ ਰਾਜ, ਤੁਹਾਡੀ ਬਰਕਤ ਤੁਹਾਡੇ ਤੋਂ ਛੀਨ ਕੇ ਖੁਦਾ ਕਿਸੇ ਹੋਰ ਨੂੰ ਦੇਗਾ, ਉਸ ਨੂੰ ਦੇਗਾ ਜੋ ਆਗਿਆਕਾਰੀ ਦੇ ਨਾਲ ਹੋ ਕੇ ਚੱਲੇਗਾ। ਇਸ ਲਈ ਚੰਗੀ ਗੱਲ ਇਹ ਹੈ, ਦੂਰ ਨਾ ਚਲੇ ਜਾਣਾ, ਪਹਿਲਾਂ ਤਾਂ ਆਪਣੇ ਜੀਵਨ ਨੂੰ ਅਧੀਨ ਕਰ ਲਈਏ। ਪਰਮੇਸ਼ਰ ਨੂੰ ਕਹੀਏ, ਖੁਦਾਵੰਦਾ ਮੇਰੀ ਪੇਂਟ ਦੇਣ ਤੋਂ ਪਹਿਲਾਂ ਤੁਸੀਂ ਮੈਨੂੰ ਕਬੂਲ ਕਰੋ। ਮੇਰੀ ਪੇਂਟ ਦੇਣ ਤੋਂ ਪਹਿਲਾਂ तुसी मैनू ਮੈਨੂੰ कबूल ਕਬੂਲ करो ਕਰੋ। बोलो तुसी मैनू कबूल करो मेरा जीवन तेरे लायक होने पाए, हालेलुया मेरा जीवन मसीह दे खुशखबरी दे योग होने पाए। जो बरकत मैंने दी वो मैं गवाना नहीं चाहता, मैं अपने चरित्र ਨੂੰ गवाना नहीं चाहता, मैं आत्मिक संगति ਨੂੰ गवाना नहीं चाहता। जे मैं आत्मिक संगति ਨੂੰ गवा लिया ते रब्बा मैं दुनिया ਦੀ संगति जे चला गया, ਉਹਨਾਂ ਨੇ ਮੈਨੂੰ ਦਲਦਲ ਦੇ ਵਿੱਚ ਤਸ ਦੇਣਾ ਹੈ। ਤਾਂ ਖੁਦਾਵੰਦਾ ਤੁਸੀਂ ਮੇਰੇ ਤੇ ਰਹਿਮ ਕਰੋ। ਇਹ ਤਾਜ ਬਰਕਤ ਜੋ ਮੇਰੇ ਉੱਤੇ ਤੁਸੀਂ ਰੱਖਿਆ ਹੈ, ਕਿਸੇ ਇਨਸਾਨ ਨੇ ਨਹੀਂ, ਇਹ ਤਾਜ ਕਿਤੇ ਗਵਾ ਨਾ ਲੈਣਾ, ਪਰ ਪਿਆਰੇ ਪ੍ਰਭੂ ਜੀ ਇਹ ਤਾਜ ਮੇਰੇ ਸਿਰ ਦੇ ਉੱਤੇ ਰਹਿਣੇ ਪਾਏ। ਹਾਲੇਲੂਇਆ। ਆਇਸ ਸਾਰੇ ਆਪਣੇ ਅੱਖਾਂ ਨੂੰ ਬੰਦ ਕਰੀਏ। ਜੇ ਤੁਸੀਂ ਉਹਨਾਂ ਦੇ ਵਿੱਚ ਇੱਕ ਹੋ ਜੋ ਸ਼ਾਉਲ ਦੇ ਵਾਂਗੂ ਆਪਣੇ ਮਕਸਦ ਨੂੰ ਭੁੱਲ ਗਏ ਹੋ ਕਿ ਖੁਦਾ ਨੇ ਤੁਹਾਨੂੰ ਚੁਣਿਆ ਕਿਹਦੇ ਲਈ ਹੈ, ਤਾਂ ਅੱਜ ਤੁਸੀਂ ਆਪਣੇ ਮਕਸਦ ਨੂੰ ਜਾਣੋ। ਖੁਦਾ ਨੇ ਕਿਹਾ, ਮੈਂ ਤੁਹਾਨੂੰ ਆਪਣੇ ਨਿੱਜ ਪ੍ਰਜਾ ਕਰਕੇ ਚੁਣਿਆ, ਮੈਂ ਤੁਹਾਨੂੰ ਚੁਣਿਆ ਹੈ, ਇੱਕ ਖਾਸ ਮਕਸਦ ਲਈ ਚੁਣਿਆ। ਮੈਂ ਤੁਹਾਨੂੰ ਸ਼ਾਹੀ ਮੰਡਲੀ ਬਣਾਇਆ, ਅਲਗਤਾਈ ਦਾ ਜੀਵਨ ਜੀਣ ਦੇ ਲਈ ਤੁਹਾਨੂੰ ਬਣਾਇਆ। ਮੈਂ ਤੁਹਾਡੇ ਉੱਤੇ ਸਿਰ ਦੇ ਉੱਤੇ ਇੱਕ ਮੁਕਟ ਰੱਖਿਆ, ਇਹ ਕਿਸੇ ਇਨਸਾਨ ਨੇ ਨਹੀਂ ਰੱਖਿਆ। ਪਰਮੇਸ਼ਰ ਨੇ ਆਪਣੇ ਦਾਸ ਦੇ ਵਸੀਲੇ ਸ਼ਾਉਲ ਨੂੰ ਯਾਦ ਦਿਲਾਇਆ, ਯਾਦ ਕਰ ਜਦ ਤੂੰ ਛੋਟਾ ਆਪਣੇ ਨਜ਼ਰਾਂ ਦੇ ਵਿੱਚ ਗਿਣਦਾ ਸੀ ਕਿ ਮੈਂ ਤੈਨੂੰ ਪ੍ਰਧਾਨ ਨਹੀਂ ਚੁਣਿਆ। ਉਹਨਾਂ ਦਿਨਾਂ ਨੂੰ ਯਾਦ ਕਰੋ ਜਦ ਕੁਝ ਵੀ ਨਹੀਂ ਸੀ, ਜਦ ਦਰ ਦਰ ਤੇ ਧੱਕੇ ਖਾ ਕੇ ਆਪਣਾ ਜੀਵਨ ਨੂੰ ਜੀ ਰਹੇ ਸਾਂ, ਖੁਦਾ ਨੇ ਉਸ ਦਲਦਲ ਦੇ ਵਿੱਚੋਂ ਕੱਢ ਕੇ ਤੁਹਾਨੂੰ ਉੱਪਰ ਨੂੰ ਲੈ ਕੇ ਆਇਆ। ਜਿਸ ਕਿਰਾਏ ਦੇ ਮਕਾਨ 'ਚ ਤੁਸੀਂ ਰਹਿ ਕੇ ਕਿਰਾਇਆ ਖਰਚਦੇ ਸੀ, ਕਿਰਾਇਆ ਦੇਣ ਦੇ ਲਈ ਤੰਗ ਹੁੰਦੇ ਸੀ, ਉਸੇ ਕਿਰਾਏ ਦੇ ਮਕਾਨ ਨੂੰ ਤੁਸੀਂ ਅੱਜ ਖਰੀਦ ਲਿਆ। ਅੱਜ ਤੁਸੀਂ ਉਸੇ ਮਕਾਨ ਦੇ ਮਾਲਿਕ ਬਣ ਗਏ। ਹੁਣ ਕਿਉਂ ਤੁਸੀਂ ਅਨਾਗਿਆਕਾਰੀ ਕਰਕੇ ਪਿਛਾਂ ਨੂੰ ਚੱਕਾ ਘੁਮਾ ਰਹੇ ਹੋ ਔਰ ਤੁਸੀਂ ਬਹਾਨੇ ਲਗਾ ਰਹੇ ਹੋ? ਵਾਪਿਸ ਆਓ, ਵਾਪਿਸ ਆਓ। ਖੁਦਾ ਤੁਹਾਨੂੰ ਕਹਿ ਰਿਹਾ, ਵਾਪਿਸ ਆਓ, ਵਾਪਿਸ ਆਓ। अपना ताज ना गवा लेना, अपना चरित्र ना गवा लेना, अपनी संगति ना गवा लेना। प्रभु दे अगे अर्पण करके कहो, खुदावंदा दुनिया दी नजरा चो मैं किते भी चले जावां, पर मैं तेरी हजूरी तो दूर नहीं जाना चाहता। ओ तेरियां गल्लां तो मैं दूर नहीं जाना चाहता। मैं अधीन होके रहना चाहता हाँ। मैं तेरे वचन दे अधीन होके रहांगा, तेरे कलाम दे अधीन होके रहांगा, तेरे दासां दे अधीन होके रवांगा। ਜਿਹੜੇ ਮੇਰੇ ਲਈ ਪ੍ਰਾਰਥਨਾ ਕਰ ਰਹੇ ਹਨ, ਜਿਹੜੇ ਮੇਰੇ ਲਈ ਮਿਹਨਤ ਕਰ ਰਹੇ ਹਨ, ਜਿਹੜੇ ਮੈਨੂੰ ਸਹੀ ਰਾਹ ਤੇ ਪਾ ਰਹੇ ਹਨ, ਮੈਂ ਉਹਨਾਂ ਤੋਂ ਵੱਖਰਾ ਹੋ ਕੇ ਜੀਵਨ ਨੂੰ ਨਹੀਂ ਜੀਣਾ ਚਾਹੁੰਦਾ, ਕਿਉਂਕਿ ਤੇਰੇ ਤੋਂ ਵੱਖਰਾ ਹੋ ਕੇ ਮੈਂ ਕੁਝ ਵੀ ਨਹੀਂ ਕਰ ਸਕਦਾ। ਸਾਰੇ ਮੇਰੇ ਪਿੱਛੇ ਬੋਲੋ,
ਮੈਂ ਤੁਹਾਡੇ ਤੋਂ ਵੱਖਰਾ ਹੋ ਕੇ ਮੈਂ ਤੁਹਾਡੇ ਤੋਂ ਵੱਖਰਾ ਹੋ ਕੇ ਕੁਝ ਵੀ ਨਹੀਂ ਕਰ ਸਕਦਾ। ਕੁਝ ਵੀ ਨਹੀਂ ਕਰ ਸਕਦਾ। ਮੈਨੂੰ ਬਲ ਦਿਓ, ਮੈਨੂੰ ਬਲ ਦਿਓ, ਮੈਂ ਤੁਹਾਡੇ ਵਿੱਚ ਬਣਿਆ ਰਵਾਂ ਮੈਂ ਤੁਹਾਡੇ ਵਿੱਚ ਬਣਿਆ ਔਰ ਰਹਾਂ ਤੁਸੀਂ ਮੇਰੇ ਵਿੱਚ ਬਣੇ ਰਹੋ। ਔਰ ਤੁਸੀਂ ਮੇਰੇ ਵਿੱਚ ਬਣੇ ਰਹੋ, ਕਿਉਂਕਿ ਜੋ ਤੁਹਾਡੇ ਵਿੱਚ ਬਣਿਆ ਰਹਿੰਦਾ ਹੈ, ਜੋ ਤੁਹਾਡੇ ਵਿੱਚ ਬਣਿਆ ਰਹਿੰਦਾ ਹੈ, ਤੇਰੀਆਂ ਗੱਲਾਂ ਉਹਦੇ ਵਿੱਚ ਬਣੀਆਂ ਰਹਿੰਦੀਆਂ ਹਨ। ਤੇਰੀਆਂ ਗੱਲਾਂ ਉਹਦੇ ਵਿੱਚ ਬਣੀਆਂ ਰਹਿੰਦੀਆਂ ਜੋ ਨੇ। ਤੁਹਾਡੇ ਵਿੱਚ ਬਣਿਆ ਰਹਿੰਦਾ ਹੈ, ਜੋ ਤੁਹਾਡੇ ਵਿੱਚ ਬਣਿਆ ਰਹਿੰਦਾ ਉਹ ਹੈ, ਬਹੁਤ ਸਾਰਾ ਫਲ ਲਿਆਉਂਦਾ ਹੈ। ਉਹ ਬਹੁਤ ਸਾਰਾ ਫਲ ਲਿਆਉਂਦਾ ਹੈ। ਹਾਲੇਲੂਇਆ।